ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਖਾਸਰਾ ਲੈ ਕੇ ਜੀ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਜਾਣਕਾਰੀ ਕੀ ਨਵੀਆਂ ਅਪਡੇਟਸ ਆਈਆਂ ਨੇ। ਇਸ ਵਕਤ ਇਮੀਗ੍ਰੇਸ਼ਨ ਦੇ ਅਸੀਂ ਦੇਖ ਰਹੇ ਹਾਂ ਕਿ ਡਿਪਾਰਟਮੈਂਟ ਦੇ ਵਿੱਚ ਵੱਖ-ਵੱਖ ਤਬਦੀਲੀਆਂ ਨਜ਼ਰ ਆ ਰਹੀਆਂ ਨੇ। ਕਦੇ ਕੋਈ ਰੂਲ ਪਾਸ ਹੋ ਰਿਹਾ, ਕਦੇ ਕੁਝ ਪਾਸ ਹੋ ਰਿਹਾ। ਸੋ ਇਸ ਵਕਤ ਸਭ ਤੋਂ ਜ਼ਿਆਦਾ ਨਜ਼ਰ ਇਸ ਵਕਤ ਲੱਗੀ ਹੋਈ ਹੈ ਟਰੈਵਲ ਨੂੰ ਲੈ ਕੇ। ਇਹ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਬਾਰ-ਬਾਰ ਲੱਗ ਰਹੀਆਂ ਨੇ। ਕੈਨੇਡਾ ਦੇ ਵਿੱਚ ਕਦੋਂ ਤੱਕ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟਸ ਆ ਸਕਣਗੇ, ਕਦੋਂ ਤੱਕ ਵਰਕ ਪਰਮਿਟ ਹੋਲਡਰਸ ਆ ਸਕਣਗੇ, ਤੇ ਜਿਹੜੇ ਇਸ ਵਕਤ ਜਿਨ੍ਹਾਂ ਨੇ ਇੱਥੇ ਫਾਈਲਸ ਲਗਾਈਆਂ ਹੋਈਆਂ ਨੇ ਕੋਵਿਡ ਦੇ ਕਰਕੇ ਉਹਨਾਂ ਦੀਆਂ ਫਾਈਲਸ ਦੇ ਉੱਤੇ ਕੀ ਇਸ ਦਾ ਅਸਰ ਪਿਆ। ਸੋ ਇਸ ਸਾਰੇ ਮਾਮਲੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਮਿਸਟਰ ਗੁਰਪ੍ਰੀਤ ਖਹਿਰਾ। ਬਹੁਤ-ਬਹੁਤ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਰ, ਇਮੀਗ੍ਰੇਸ਼ਨ ਦੀ ਅਸੀਂ ਗੱਲ ਕਰੀਏ, ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਨੇ ਤਾਂ 31 ਅਗਸਤ ਤੱਕ ਹਜੇ ਲਗਾ ਦਿੱਤੀਆਂ ਨੇ ਰਿਸਟ੍ਰਿਕਸ਼ਨਸ, ਤੇ ਕੈਨੇਡਾ ਦੀ ਗੱਲ ਕਰੀਏ, ਇੰਡੀਆ ਦੀਆਂ ਰਿਸਟ੍ਰਿਕਸ਼ਨਸ ਦਾ ਕੈਨੇਡਾ ਦੇ ਉੱਤੇ ਕੀ ਅਸਰ ਪਏਗਾ? ਕੈਨੇਡਾ ਨੇ 31 ਅਗਸਤ ਤੱਕ ਵਧਾ ਦਿੱਤਾ ਜੀ। ਸੋ ਜਿਹੜਾ ਪਹਿਲਾਂ 31 ਜੁਲਾਈ ਨੂੰ ਟਰੈਵਲ ਰਿਸਟ੍ਰਿਕਸ਼ਨਸ ਖਤਮ ਹੋਣੀਆਂ ਸੀ, ਹੁਣ ਉਹਨਾਂ ਨੂੰ ਵਧਾ ਕੇ 31 ਜੁਲਾਈ ਤੱਕ ਕਰ ਦਿੱਤਾ ਹੈਗਾ। ਸੋ ਜਿਹੜਾ ਨਵਾਂ ਆਰਡਰ ਇਨ ਕਾਊਂਸਲ ਹੈਗਾ ਉਹ ਹੈਗਾ 2020-0549। ਇਹ 30 ਜੂਨ ਸ਼ਾਮ ਨੂੰ ਇਸ਼ੂ ਕੀਤਾ ਗਿਆ ਸੀਗਾ। ਸੋ ਇਹਦੇ 'ਚ ਜਿਹੜਾ ਪੁਰਾਣਾ ਆਰਡਰ ਹੈ ਉਹਨੂੰ ਕੈਂਸਲ ਕਰਤਾ, ਨਵਾਂ ਆਰਡਰ ਇਸ਼ੂ ਕਰਕੇ ਇਹਦੀ ਮਿਆਦ ਹੈ ਜਿਹੜੀ ਉਹ 31 ਅਗਸਤ ਤੱਕ ਵਧਾ ਦਿੱਤੀ ਹੈਗੀ ਹੈ। ਸੋ ਜਿਹੜੇ ਇੰਡੀਵਿਜੂਅਲ ਕੋਈ ਵੀ ਇੰਡੀਵਿਜੂਅਲ ਜਿਹੜੇ ਐਗਜ਼ੈਂਪਟਡ ਨਹੀਂ ਹੈਗੇ ਉਹ ਕੈਨੇਡਾ ਨਹੀਂ ਆ ਸਕਦਾ। ਸੋ ਜਿਹੜੇ ਲੋਕ ਐਗਜ਼ੈਂਪਟਡ ਨੇ ਟਰੈਵਲ ਕਰਨ ਨੂੰ ਕੈਨੇਡਾ ਵੱਲ ਆਉਣ ਨੂੰ, ਉਹਨਾਂ ਦੇ ਵਿੱਚੋਂ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਾਨੈਂਟ ਰੈਜ਼ੀਡੈਂਟ ਹੈਗੇ ਨੇ ਜੀ। ਇਹਦੇ ਨਾਲ ਨਾਲ ਜਿਹੜੇ ਇਮੀਡੀਏਟ ਫੈਮਿਲੀ ਮੈਂਬਰਸ ਨੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੇ, ਉਹ ਹੈਗੇ ਨੇ। ਉਹ ਤੋਂ ਇਲਾਵਾ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਨੇ ਉਹਨਾਂ ਦੀ ਜਿਹੜੀ ਡੈਫੀਨੇਸ਼ਨ ਹੈਗੀ ਹੈ ਜੀ ਉਹ ਹੈਗੀ ਹੈ ਕਿ ਉਹ ਹਸਬੈਂਡ ਵਾਈਫ ਹੋ ਸਕਦੇ ਨੇ ਕੈਨੇਡੀਅਨ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਦੇ, ਬੱਚੇ ਹੋ ਸਕਦੇ ਨੇ ਜਿਹੜੇ 22 ਸਾਲ ਤੋਂ ਛੋਟੇ ਹੈਗੇ ਆ। ਇਹਦੇ ਨਾਲ ਨਾਲ ਪੈਰੈਂਟਸ, ਗ੍ਰੈਂਡ ਪੈਰੈਂਟਸ ਹੋ ਸਕਦੇ ਆ, ਅਤੇ ਜਾਂ ਫਿਰ ਗਾਰਡੀਅਨ ਵੀ ਹੋ ਸਕਦੇ ਆ ਬੱਚਿਆਂ ਦੇ। ਸੋ ਇਹ ਇੰਡੀਵਿਜੂਅਲ ਜੇ ਉਹ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਦਾ ਇਮੀਡੀਏਟ ਫੈਮਿਲੀ ਮੈਂਬਰ ਹੈ, ਉਹ ਵੀ ਇਹ ਟਰੈਵਲ ਰਿਸਟ੍ਰਿਕਸ਼ਨਸ ਤੋਂ ਬਾਹਰ ਹੈ, ਉਹ ਵੀ ਐਗਜ਼ੈਂਪਟ ਹੈਗਾ। ਅਤੇ ਇਹਦੇ ਨਾਲ ਨਾਲ ਜੇ ਕੋਈ ਵਰਕਰ ਹੈਗਾ ਤੇ ਵਰਕਰ ਵੀ ਐਗਜ਼ੈਂਪਟ ਹੈਗਾ। ਵਰਕਰ ਕਿਸੇ ਵੀ ਜਿਹੜੀ ਕੈਟਾਗਰੀ ਦਾ ਹੋ ਸਕਦਾ ਜੀ। ਸਟੂਡੈਂਟ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਉਹ ਵੀ ਐਗਜ਼ੈਂਪਟਡ ਨੇ ਇਹਦੇ ਤੋਂ। ਅਤੇ ਇਹਦੇ ਨਾਲ ਨਾਲ ਪਰਮਾਨੈਂਟ ਰੈਜ਼ੀਡੈਂਸ ਹੋਲਡਰ ਨੇ ਜਿਹੜੇ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਉਹ ਵੀ ਐਗਜ਼ੈਂਪਟ ਹੈਗੇ ਨੇ। ਸੋ ਇਹ ਐਗਜ਼ੈਂਪਸ਼ਨਸ ਨੇ ਉਹਨਾਂ ਲੋਕਾਂ ਲਈ ਜਿਹੜੇ ਕਿ ਕੈਨੇਡਾ ਆ ਸਕਦੇ ਨੇ, ਪਰ ਇਹ ਸਿੱਧੇ ਤੌਰ 'ਤੇ ਨਹੀਂ ਹੈਗਾ ਕਿ ਆਹ ਨੰਬਰ ਲਿਖੇ ਨੇ ਤਾਂ ਇੱਦਾਂ ਆ ਜਾਊਗਾ। ਜੇ ਆਪਾਂ ਸਟੂਡੈਂਟ ਦਾ ਹੀ ਐਗਜ਼ਾਮਪਲ ਸਭ ਤੋਂ ਪਹਿਲਾਂ ਲਈਏ ਤਾਂ ਜਿਹੜੇ ਸਟੂਡੈਂਟ ਆਪਾਂ ਇਹ ਜਿਹੜੀ ਟਰੈਵਲ ਰਿਸਟ੍ਰਿਕਸ਼ਨ ਹੈ ਉਹ ਐਗਜ਼ੈਂਪਟ ਕਰਦੀ ਹੈ ਉਹਨਾਂ ਸਟੂਡੈਂਟਸ ਨੂੰ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ। ਪਰ ਸਭ ਤੋਂ ਇੰਪੋਰਟੈਂਟ ਹੈਗਾ ਕਿ ਇਹ ਨਹੀਂ ਹੈਗਾ ਕਿ ਉਹ ਜੇ 18 ਮਾਰਚ ਤੋਂ ਪਹਿਲਾਂ ਮਿਲਿਆ ਤਾਂ ਉਹ ਇੱਥੇ ਆ ਸਕਣਗੇ। ਉਹਨਾਂ ਦਾ ਪਰਪਸ ਵੀ ਡਿਫਾਈਨਡ ਹੋਣਾ ਜ਼ਰੂਰੀ ਹੈ। ਸੋ ਪਰਪਸ ਕੀ ਹੈ? ਸਭ ਤੋਂ ਪਹਿਲਾਂ ਉਹਨਾਂ ਦਾ ਉਹ ਪੜ੍ਹਾਈ ਹੈਗਾ ਕਿ ਜਿਹੜੇ ਉਹਨਾਂ ਦੀਆਂ ਕਲਾਸਿਸ ਨੇ ਉਹ ਇਨ ਪਰਸਨ ਹੋਣੀਆਂ ਚਾਹੀਦੀਆਂ ਨੇ। ਸੋ ਔਨਲਾਈਨ ਜੇ ਪੜ੍ਹਾਈ ਹੋ ਰਹੀ ਹੈ ਤਾਂ ਉਹਨਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਜਾਊਗੀ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਸਕੂਲ ਕਾਲਜ ਹੈਗਾ ਉਹਦੇ ਤੋਂ ਇਹ ਚਿੱਠੀ ਲੈਣੀ ਹੈ ਕਿ ਜਿਹੜੀਆਂ ਕਲਾਸਿਸ ਨੇ ਉਹ ਇਨ ਪਰਸਨ ਹੋ ਰਹੀਆਂ ਨੇ, ਔਨਲਾਈਨ ਨਹੀਂ ਹੋ ਰਹੀਆਂ। ਫਿਰ ਉਸ ਤੋਂ ਬਾਅਦ ਤੁਸੀਂ ਆਥੋਰਾਈਜ਼ੇਸ਼ਨ ਹੈ ਜਿਹੜੀ ਉਹ ਇਮੀਗ੍ਰੇਸ਼ਨ ਮਹਿਕਮੇ ਤੋਂ ਲੈਣੀ ਹੈ। ਉਹ ਆਥੋਰਾਈਜ਼ੇਸ਼ਨ ਆਉਣ ਤੋਂ ਬਾਅਦ ਆਉਣ ਦਿੱਤਾ ਜਾਊਗਾ। ਸੋ ਜਿੰਨਾ ਚਿਰ ਇਹ ਗੱਲ ਸਪਸ਼ਟ ਨਹੀਂ ਹੋ ਜਾਂਦੀ ਕਿ ਜਿਹੜਾ ਫਾਲ ਸੈਸ਼ਨ ਹੈ ਕਿ ਉਹ ਇਨ ਪਰਸਨ ਹੋਊਗਾ, ਉਹਨਾਂ ਚਿਰ ਲੱਗਦਾ ਨਹੀਂ ਕਿ ਸਟੂਡੈਂਟ ਹਾਲੇ ਆ ਸਕਣਗੇ। ਇੱਕ ਐਗਜ਼ੈਂਪਸ਼ਨ ਜਿਹੜੀ ਹੋਰ ਹੈਗੀ ਹੈ ਤਰਨ, ਉਹ ਹੈਗੀ ਹੈ ਕਿ ਜੇ ਤੁਸੀਂ ਇਹ ਪ੍ਰੂਵ ਕਰ ਦਿੰਦੇ ਆ ਕਿ ਜਿਹੜਾ ਤੁਹਾਡੇ ਕੋਲ ਰਿਲਾਇਬਲ ਇੰਟਰਨੈਟ ਕਨੈਕਸ਼ਨ ਨਹੀਂ ਹੈਗਾ, ਅਤੇ ਫਿਰ ਤੁਸੀਂ ਔਨਲਾਈਨ ਪੜ੍ਹਾਈ ਕਿਵੇਂ ਕਰ ਸਕੋਗੇ? ਸੋ ਜੇ ਤੁਸੀਂ ਇਹ ਪ੍ਰੂਵ ਕਰ ਦਿੰਦੇ ਹੋ ਕਿ ਤੁਹਾਡੇ ਕੋਲ ਰਿਲਾਇਬਲ ਇੰਟਰਨੈਟ ਕਨੈਕਸ਼ਨ ਨਹੀਂ, ਤਾਂ ਵੀ ਚਾਹੇ ਤੁਹਾਡੀਆਂ ਕਲਾਸਾਂ ਔਨਲਾਈਨ ਨੇ ਤਾਂ ਵੀ ਤੁਹਾਨੂੰ ਆਉਣ ਜਿਹੜਾ ਦਿੱਤਾ ਜਾਊਗਾ। ਪਰ ਆਪਾਂ ਦੇਖਦੇ ਹਾਂ ਕਿ ਆਪਣੇ ਜਿਹੜੇ ਦਰਸ਼ਕ ਨੇ ਉਹ ਮੈਜੋਰਿਟੀ ਇੰਡੀਆ ਜਾਂ ਪਾਕਿਸਤਾਨ ਤੋਂ ਹੋਣਗੇ। ਦੋਵੇਂ ਮੁਲਕਾਂ 'ਚ ਜਿਹੜਾ ਇੰਟਰਨੈਟ ਹੈ ਉਹ ਕਾਫੀ ਰਿਲਾਇਬਲ ਹੈਗਾ, ਪਰ ਕਈ ਜਗ੍ਹਾ ਇਹੋ ਜਿਹੀਆਂ ਵੀ ਹਾਲੇ ਹੈਗੀਆਂ ਨੇ ਜਿੱਥੇ ਉਹ ਪਾਕਟਸ ਨੇ ਜਿੱਥੇ ਰਿਲਾਇਬਲ ਇੰਟਰਨੈਟ ਨਹੀਂ ਹੈਗਾ। ਪਰ ਇਹ ਤੁਸੀਂ ਪ੍ਰੂਵ ਕਰਨਾ ਹੈਗਾ ਆਪਦਾ ਜਿਹੜਾ ਸਰਵਿਸ ਪ੍ਰੋਵਾਈਡਰ ਹੈ, ਇੰਟਰਨੈਟ ਪ੍ਰੋਵਾਈਡਰ ਹੈ, ਜੋ ਇਹ ਲਿਖ ਕੇ ਦੇ ਦਿੰਦਾ ਕਿ ਹਾਂ ਏਰੀਏ ਦੇ ਵਿੱਚੋਂ ਜਿਹੜੀ ਕਵਰੇਜ ਹੈ ਉਹ ਸਹੀ ਨਹੀਂ ਹੈਗੀ ਹੈ, ਤੁਸੀਂ ਤੁਹਾਡੇ ਕੋਲ ਰਿਲਾਇਬਲ ਇੰਟਰਨੈਟ ਅਵੇਲੇਬਲ ਨਹੀਂ, ਤੁਹਾਨੂੰ ਤਾਂ ਵੀ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜੀ।
ਤੇ ਇਹਦੇ ਨਾਲ ਜਿਹੜੇ ਵਰਕਰ ਨੇ, ਵਰਕਰ ਦੇ ਵਿੱਚੋਂ ਵੀ ਉਹ ਕਿਸੇ ਵੀ ਸਮੇਂ ਉਹਨਾਂ ਨੂੰ ਵੀਜ਼ਾ ਮਿਲਿਆ ਉਹ ਆ ਸਕਦੇ ਆ, ਪਰ ਉਹਨਾਂ ਨੂੰ ਉਨਾ ਚਿਰ ਜਹਾਜ਼ ਹੈ ਜਿਹੜਾ ਉਹ ਬੋਰਡ ਨਹੀਂ ਕਰਨ ਦਿੱਤਾ ਜਾਊਗਾ ਜਿੰਨਾ ਚਿਰ ਉਹ ਇਹ ਨਹੀਂ ਪ੍ਰੂਵ ਕਰ ਦਿੰਦੇ ਕਿ ਉਹਨਾਂ ਕੋਲੇ ਇੱਥੇ ਜੌਬ ਆਫਰ ਹੈਗੀ ਹੈ ਤੇ EMPLOYER ਉਹਨਾਂ ਨੂੰ ਸਰਟਨ ਤਰੀਕ ਬਾਅਦ ਹੈ ਜਿਹੜਾ ਕੰਮ ਤੇ ਜਿਹੜਾ ਰੱਖੂਗਾ ਜੀ, ਕੰਮ ਸ਼ੁਰੂ ਕਰਾਊਗਾ। ਤੇ ਇਹਦੇ ਨਾਲ ਉਹਨਾਂ ਕੋਲ ਕੁਆਰੰਟੀਨ ਪਲਾਨ ਵੀ ਹੋਣਾ ਚਾਹੀਦਾ। ਸੋ ਕੁਆਰੰਟੀਨ ਐਕਟ ਦੇ ਵਿੱਚੋਂ ਵੀ ਜਿਹੜਾ ਵਾਅਦਾ ਕਰ ਦਿੱਤਾ ਗਿਆ 31 ਜਿਹੜਾ ਅਗਸਤ ਹੈ, ਤਾਂ ਕਿ ਉਹ ਲੋਕਾਂ ਨੇ ਕੁਆਰੰਟੀਨ ਵੀ ਕਰਨਾ ਜਿਨ੍ਹਾਂ ਨੇ ਇੱਥੇ ਆਉਣਾ ਹੈਗਾ। ਤੇ ਇਹਦੇ ਨਾਲ ਜਿਹੜੇ ਕੋਈ ਸਟੂਡੈਂਟ ਹੈਗੇ ਨੇ ਇੱਥੇ ਜਾਂ ਕੋਈ ਵਰਕਰ ਹੈਗੇ ਨੇ ਇੱਥੇ, ਉਹਨਾਂ ਦੇ ਜੇ ਸਪਾਊਸਸ ਨੇ ਆਉਣਾ, ਕਿਉਂਕਿ ਆਪਾਂ ਨੂੰ ਪਤਾ ਕਿ ਉਹਨਾਂ ਨੂੰ ਓਪਨ ਵਰਕ ਪਰਮਿਟ ਹੈ ਜਿਹੜਾ ਉਹ ਮਿਲਦਾ ਹੈਗਾ। ਉਹ ਓਪਨ ਵਰਕ ਪਰਮਿਟ ਦਾ ਇਹ ਮਤਲਬ ਨਹੀਂ ਹੈਗਾ ਕਿ ਉਹਨਾਂ ਨੂੰ ਆਉਣ ਦੀ ਇਜਾਜ਼ਤ ਹੈ, ਉਹ ਸਿਰਫ ਕੰਮ ਕਰਨ ਦੀ ਇਜਾਜ਼ਤ ਹੈ। ਉਹਨਾਂ ਨੂੰ ਆਉਣ ਤਾਂ ਦਿੱਤਾ ਜਾਊਗਾ ਜੇ ਉਹਨਾਂ ਕੋਲ ਇੱਥੇ ਜੌਬ ਆਫਰ ਹੈਗੀ ਹੈ ਤੇ ਉਹ ਤੋਂ ਬਾਅਦ ਉਹਨਾਂ ਕੋਲ ਕੁਆਰੰਟੀਨ ਪਲਾਨ ਹੈ, ਉਹਨਾਂ ਨੂੰ ਤਾਂ ਹੀ ਆਉਣ ਇੱਥੇ ਦਿੱਤਾ ਜਾਊਗਾ। ਤੋ ਉਹ ਜੇ ਕੋਈ ਵੀ ਇੰਡੀਵਿਜੂਅਲ ਹੈ ਜਿਹਨੂੰ ਵੀਜ਼ਾ ਮਿਲਿਆ ਪਰ ਉਹ ਸਪਾਊਸ ਹੈਗਾ ਸਟੂਡੈਂਟ ਜਾਂ ਵਰਕਰ ਦਾ, ਉਹਨੇ ਪਹਿਲਾਂ ਇਹ ਇਜਾਜ਼ਤ ਲੈਣੀ ਹੈ, ਫਿਰ ਉਹਨੂੰ ਆਉਣ ਦਿੱਤਾ ਜਾਊਗਾ। ਤੇ ਏਅਰਲਾਈਨ ਉਨਾ ਚਿਰ ਤੁਹਾਨੂੰ ਬੋਰਡ ਨਹੀਂ ਕਰਨ ਦਊਗੀ ਪਲੇਨ ਜਿੰਨਾ ਚਿਰ ਤੁਹਾਡੇ ਕੋਲ ਇਮੀਗ੍ਰੇਸ਼ਨ ਮਹਿਕਮੇ ਦੀ ਉਹ ਚਿੱਠੀ ਨਹੀਂ ਹੈਗੀ ਆ, ਉਹਨਾਂ ਚਿਰ ਤੁਹਾਨੂੰ ਆਉਣ ਨਹੀਂ ਦਿੱਤਾ ਜਾਊਗਾ। ਤਾਂ ਇਕੱਲਾ ਇਹ ਨਹੀਂ ਕਿ ਮੈਨੂੰ ਵੀਜ਼ਾ ਮਿਲ ਗਿਆ ਮੈਂ ਜਹਾਜ਼ ਬੈਠ ਕੇ ਆ ਸਕਦਾ, ਤੁਹਾਨੂੰ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਆਥੋਰਾਈਜ਼ੇਸ਼ਨ ਵੀ ਜਿਹੜਾ ਚਾਹੀਦਾ ਹੈਗਾ। ਤੇ ਦੂਜੇ ਜਿਹੜੇ ਪੈਰੈਂਟਸ ਗ੍ਰੈਂਡ ਪੈਰੈਂਟਸ ਨੂੰ ਉਹਨਾਂ ਦੇ ਵੀ ਸਿਮਿਲਰ ਸਿਚੁਏਸ਼ਨ ਲਾਗੂ ਹੁੰਦੀ ਹੈਗੀ ਹੈ, ਕਿਉਂਕਿ ਐਪਲੀਕੇਸ਼ਨਸ ਨੇ ਜਿਹੜੀਆਂ ਉਹ 9 ਜੂਨ ਤੋਂ, ਚਾਹੇ ਉਹ ਵਿਜ਼ਿਟਰ ਨੇ ਚਾਹੇ ਉਹ ਸਟੂਡੈਂਟ ਨੇ ਵਰਕਰ ਨੇ, ਉਹ ਸਾਰੀਆਂ ਲਈਆਂ ਜਾ ਰਹੀਆਂ ਨੇ ਤੇ 1 ਜੁਲਾਈ ਤੋਂ ਉਹ ਪ੍ਰੋਸੈਸ ਵੀ ਕੀਤੀਆਂ ਜਾ ਰਹੀਆਂ ਨੇ। ਆਸ ਤਾਂ ਇਹ ਸੀਗੀ ਤਰਨ ਕਿ ਜਦੋਂ ਹੁਣ ਸਮਾਂ ਹੋ ਜਾਊਗਾ 31 ਜੁਲਾਈ, ਕਿਉਂਕਿ ਐਪਲੀਕੇਸ਼ਨਸ ਲਈਆਂ ਜਾ ਰਹੀਆਂ ਨੇ ਵਿਜ਼ਿਟਰ ਵੀਜ਼ੇ ਲਈ, ਸੁਪਰ ਵੀਜ਼ੇ ਲਈ ਜਾਂ ਸਟੂਡੈਂਟ ਲਈ, ਕਿ ਰਿਸਟ੍ਰਿਕਸ਼ਨਸ ਈਜ਼ ਕਰ ਦਿੱਤੀਆਂ ਜਾਣਗੀਆਂ। ਪਰ ਬਹੁਤੇ ਕੈਨੇਡੀਅਨਸ ਦਾ ਇਹ ਵਿਚਾਰ ਸੀ ਕਿ ਟਰੈਵਲ ਰਿਸਟ੍ਰਿਕਸ਼ਨ ਨੂੰ ਈਜ਼ ਨਾ ਕਰ ਦਿੱਤਾ ਜਾਵੇ। ਈਵਨ ਯੂਨਾਈਟਿਡ ਸਟੇਟਸ ਬਾਰਡਰ ਨੂੰ ਵੀ ਆਖਿਆ ਕਿ ਇਹਨੂੰ ਬੰਦ ਰੱਖਿਆ ਜਾਵੇ। ਤੋ ਜਿੰਨਾ ਚਿਰ ਹੁਣ ਇਹ ਇੱਕ ਕੰਸੈਂਸਸ ਬਿਲਟ ਨਹੀਂ ਹੁੰਦਾ ਉਹਨਾਂ ਚਿਰ ਲੱਗਦਾ ਨਹੀਂ ਹੈਗਾ ਕਿ ਇਹ ਟਰੈਵਲ ਰਿਸਟ੍ਰਿਕਸ਼ਨ ਸਾਡੇ ਖੁੱਲਣਗੀਆਂ ਜੀ। ਤੇ ਦੂਜਾ, ਵੈਸੇ ਵੀ ਸਰਕਾਰ ਹੈ ਜਿਹੜੀ ਉਹ ਮਾਈਨੋਰਿਟੀ ਦੇ ਵਿੱਚ ਹੈ, ਤੋ ਜੇ ਉਹ ਇਹੋ ਜਿਹਾ ਕੋਈ ਸਟੈਪ ਲੈਂਦੇ ਨੇ ਕਿ ਇੱਕ ਮੁਲਕ ਤੋਂ ਆਉਣ ਦੇਤਾ ਤੇ ਦੂਜੇ ਨੂੰ ਨਾ ਆਉਣ ਦਿੱਤਾ ਤਾਂ ਸ਼ਾਇਦ ਉਹ ਸੈਗਮੈਂਟ ਨੂੰ ਨਾਰਾਜ਼ ਵੀ ਕਰ ਸਕਦੇ ਨੇ। ਹੁਣ ਜੇ ਯੂਰਪ ਤੋਂ ਆਉਣ ਦੇਤਾ ਲੋਕਾਂ ਨੂੰ ਤੇ ਇੰਡੀਆ ਤੋਂ ਨਾ ਆਉਣ ਦਿੱਤਾ ਤਾਂ ਜਿਹੜੇ ਇੰਡੀਆ ਵਾਲੇ ਲੋਕ ਨੇ ਉਹ ਨਾਰਾਜ਼ ਹੋ ਜਾਣਗੇ ਇੱਥੇ ਉਹਨਾਂ ਦਾ। ਉਹ ਸੋ ਇਹ ਵੀ ਇੱਕ ਕਾਰਨ ਹੈ ਜਿਹਦੇ ਕਰਕੇ ਕਿ ਸਰਕਾਰ ਇਹੋ ਜਿਹਾ ਕੋਈ ਸਟੈਪ ਨਹੀਂ ਲੈਣਾ ਚਾਹੁੰਦੀ ਜਿੱਥੇ ਕਿ ਉਹ ਇੱਕ ਇਹੋ ਜਿਹੀ ਗਿਵਿੰਗ ਪੋਜੀਸ਼ਨ 'ਚ ਆ ਜਾਏ ਜਿੱਥੇ ਉਹਨੂੰ ਲੱਗੇ ਕਿ ਇਹਦਾ ਫਾਇਦਾ ਕਰ ਰਿਹਾ ਨਾ ਇਹ ਨੁਕਸਾਨ ਕਰ ਰਿਹਾ। ਸਰ, ਜਿਹੜੇ ਤੁਸੀਂ ਕਿਹਾ ਕਿ ਆਥੋਰਾਈਜ਼ੇਸ਼ਨ ਲੈਟਰ ਦੀ ਜ਼ਰੂਰਤ ਹੈ, ਇਹ ਕੀ ਸਿਰਫ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਹੀ ਚਾਹੀਦੀ ਹੈ ਜਾਂ ਫਿਰ ਜੇ ਕੋਈ PR ਜਾਂ ਸਿਟੀਜ਼ਨ ਆ ਰਿਹਾ ਉਹਨਾਂ ਨੂੰ ਵੀ ਇਹ ਲੈਟਰ ਚਾਹੀਦੀ ਹੋਏਗੀ? ਜਿਹੜੇ PR ਜਾਂ ਸਿਟੀਜ਼ਨ ਨੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਲੈਟਰ ਦੀ ਜ਼ਰੂਰਤ ਨਹੀਂ ਹੈਗੀ ਹੈ ਜੀ। ਉਹ ਤੋਂ ਇਲਾਵਾ ਜਿਹੜਾ ਵੀ ਕੋਈ ਆ ਰਿਹਾ ਉਹਨੂੰ ਲੈਟਰ ਦੀ ਜ਼ਰੂਰਤ ਹੈ। ਤੇ ਜੇ ਪਰਮਾਨੈਂਟ ਰੈਜ਼ੀਡੈਂਟ ਕੋਈ ਹੈਗਾ ਉਹਦਾ PR ਕਾਰਡ ਐਕਸਪਾਇਰ ਹੋ ਚੁੱਕਿਆ ਜੀ, ਉਹਨੂੰ ਜ਼ਰੂਰਤ ਹੈਗੀ ਆ। ਸੋ ਉਹਦੇ ਲਈ ਉਹਨੇ ਜਿਹੜੀ ਐਪਲੀਕੇਸ਼ਨ ਕਰਨੀ ਹੈਗੀ ਹੈ, ਉਹਨੂੰ ਟਰੈਵਲ ਡਾਕੂਮੈਂਟ ਜਾਂ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਜਿਹੜਾ ਆਖਿਆ ਜਾਂਦਾ ਹੈਗਾ, ਉਹ ਐਪਲੀਕੇਸ਼ਨ ਕਰਨੀ ਹੈ। ਉਹਦੇ ਲਈ ਵੀ ਇੱਕ ਛੋਟ ਦਿੱਤੀ ਗਈ ਹੈ। ਉਹ ਛੋਟ ਹੈਗੀ ਹੈ ਕਿ ਤੁਸੀਂ ਜਿਹੜੀ ਐਪਲੀਕੇਸ਼ਨ ਹੈ ਉਹ ਈਮੇਲ ਦੇ ਥਰੂ ਕਰਨੀ ਹੈ। ਸੋ ਪੂਰੀ ਐਪਲੀਕੇਸ਼ਨ ਦੀ ਕਾਪੀ ਨੂੰ ਸਕੈਨ ਕਰਨਾ, P ਨੂੰ ਸਕੈਨ ਕਰਨਾ ਤੇ ਉਹਦੇ ਨਾਲ ਜੋ ਵੀ ਸਬੂਤ ਨੇ ਉਹ ਤੁਸੀਂ ਦਾਖਲ ਕਰਨੇ ਨੇ। ਉਸ ਤੋਂ ਬਾਅਦ ਵਿਦਿਨ 48 ਆਵਰਸ ਜਿਹੜਾ ਉੱਤੇ ਫੈਸਲਾ ਕਰ ਦਿੱਤਾ ਜਾਂਦਾ। ਜੇ ਤੁਹਾਡੇ ਕੋਲ ਟਰੈਵਲ ਟਿਕਟ ਨਾਲ ਦੇ ਸਕਦੇ ਹੋ, ਜੇ ਟਿਕਟ ਨਹੀਂ ਹੈਗੀ ਉਹ ਤੋਂ ਬਾਅਦ ਉਹ ਮੰਗਦੇ ਨੇ ਕਿ ਟਿਕਟ ਦੇ ਦਿਓ। ਫਿਰ ਇੱਕ ਸਪੈਸੀਫਿਕ ਚਿੱਠੀ ਇਸ਼ੂ ਕੀਤੀ ਜਾਂਦੀ ਹੈ ਜਿਹਤੇ ਲਿਖਿਆ ਹੁੰਦਾ ਕਿ ਆਹ ਫਲਾਈਟ ਨੰਬਰ ਤੇ ਇੱਕ ਬੰਦੇ ਨੂੰ ਆਉਣ ਦਿੱਤਾ ਜਾਵੇ। ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾ ਰਿਹਾ ਤਰਨ ਕਿਉਂਕਿ ਜਿਹੜੀ 에ਅਰਲਾਈਨ ਕੰਪਨੀਜ਼ ਨੇ ਉਹ ਲਾਇਬਲ ਨੇ $25,000 ਦਾ ਜੁਰਮਾਨਾ ਹੈਗਾ ਉਹਨਾਂ ਨੂੰ ਜੇ ਉਹ ਕਿਸੇ ਇੰਡੀਵਿਜੂਅਲ ਨੂੰ ਲੈ ਆਉਂਦੇ ਨੇ ਜਿਹੜਾ ਕਿ ਆਥੋਰਾਈਜ਼ਡ ਨਹੀਂ ਹੈਗਾ। ਸੋ ਸ਼ੁਰੂ 'ਚ ਜਦੋਂ ਇਹ ਰਿਸਟ੍ਰਿਕਸ਼ਨਸ ਲੱਗੀਆਂ ਸੀ ਉਸ ਸਮੇਂ 에ਅਰਲਾਈਨ ਕੰਪਨੀ ਨੇ ਬਹੁਤ ਲੋਕਾਂ ਨੂੰ ਡਿਨਾਈ ਕਰਨਾ ਸ਼ੁਰੂ ਕਰਤਾ ਸੀ ਬੋਰਡ ਕਰਨ ਤੋਂ, ਕਿਉਂਕਿ ਉਹਨਾਂ ਦੇ ਹੱਥ 'ਚ ਫੈਸਲਾ ਸੀ ਉਹ ਲੈ ਕੇ ਆਉਣ ਜਾਂ ਨਾ ਲੈ ਕੇ ਆਉਣ। ਪਰ ਇਹਦੇ ਨਾਲ ਬਹੁਤ ਲੋਕਾਂ ਨੂੰ ਪ੍ਰੈਜੁਡਿਸ ਹੋ ਰਿਹਾ ਸੀ ਜਿੱਥੇ ਉਹ ਐਲੀਜੀਬਲ ਹੁੰਦੇ ਸੀ ਪਰ 에ਅਰਲਾਈਨ ਕੰਪਨੀ ਉਹਨਾਂ ਨੂੰ ਡਿਨਾਈ ਕਰ ਦਿੰਦੀ ਸੀਗੀ। ਤਾਂ ਫਿਰ ਬਾਅਦ 'ਚੋਂ ਇਹ ਕੰਮ ਇਮੀਗ੍ਰੇਸ਼ਨ ਮਹਿਕਮੇ ਨੇ ਆਪਦੇ ਹੱਥ ਦੇ ਵਿੱਚੋਂ ਲਿਆ। ਹੁਣ ਉਹ 에ਅਰਲਾਈਨ ਕੰਪਨੀ ਉਸੇ ਇੰਡੀਵਿਜੂਅਲ ਨੂੰ ਬਿਠਾ ਕੇ ਲਿਆਉਂਦੀ ਹੈ ਜਿਹਦੇ ਕੋਲ ਆਥੋਰਾਈਜ਼ੇਸ਼ਨ ਹੈਗੀ ਹੈ, ਕਿਉਂਕਿ ਜੇ ਉਹ ਲਾਇਬਲ ਨਹੀਂ ਹੈਗੇ ਕਿਉਂਕਿ ਉਹ ਆਥੋਰਾਈਜ਼ੇਸ਼ਨ ਦੇਖ ਕੇ ਹੀ ਲੈ ਕੇ ਆਏ ਹੈਗੇ ਨੇ। ਤਾਂ ਇਹ ਜਿਹੜਾ ਇਹ ਚੰਗਾ ਸਟੈਪ ਸੀਗਾ ਜਿਹੜਾ ਸਰਕਾਰ ਨੇ ਲਿਆ। ਇਹ ਕੰਮ ਇਮੀਗ੍ਰੇਸ਼ਨ ਮਹਿਕਮੇ ਨੂੰ ਦਿੱਤਾ ਜਾਵੇ ਨਾ ਕਿ 에ਅਰਲਾਈਨ ਨੂੰ ਦਿੱਤਾ ਜਾਵੇ, ਉਹ ਡਿਸਾਈਡ ਕਰਨ ਕਿ ਇਹਨੂੰ ਆਉਣ ਦਿੱਤਾ ਜਾਵੇ ਨਾ ਦਿੱਤਾ ਜਾਵੇ। ਇਹ ਕਹਾਣੀ ਇੱਕ ਕੇਸ ਸਪੈਸੀਫਿਕ ਸ਼ੁਰੂ ਹੋਈ, ਉਹ ਅਖਬਾਰ ਦੇ ਵਿੱਚ ਵੀ ਬਹੁਤ ਹਾਈਲਾਈਟ ਹੋਇਆ ਸੀ। ਤਾਂ ਜਰਮਨੀ ਦੇ ਵਿੱਚੋਂ ਇੱਕ ਲੇਡੀ ਨੂੰ ਜਿਹੜਾ ਜਹਾਜ਼ ਬੋਰਡ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਉਹਦਾ ਹਸਬੈਂਡ ਜਿਹੜਾ ਉਹ ਇੱਥੇ ਕੈਨੇਡਾ ਦੇ ਵਿੱਚ ਵਰਕਰ ਸੀ, ਕਿਉਂਕਿ ਵਰਕਰ ਦੇ
ਜਿਹੜੇ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਐਗਜ਼ੈਂਪਸ਼ਨ ਹੈਗੀ ਹੈ। ਜੀ ਤੇ ਪਰ 에ਅਰਲਾਈਨ ਕੰਪਨੀ ਨੇ ਕਿਹਾ ਕਿ ਤੂੰ ਸਬੂਤ ਨਹੀਂ ਹੈਗੇ ਤੇਰੇ ਕੋਲ ਕਿ ਤੂੰ ਰਿਲੇਸ਼ਨਸ਼ਿਪ ਦੇ ਵਿੱਚ ਹੈ, ਤੋ ਤੇਰੇ ਕੋਲ ਕੋਈ ਟੈਲੀਫੋਨ ਕਾਲ ਨਹੀਂ, ਤੇਰੇ ਕੋਲ ਕੋਈ ਤਸਵੀਰਾਂ ਨਹੀਂ, ਤੇਰੇ ਕੋਲੇ ਕੋਈ ਮੈਰਿਜ ਸਰਟੀਫਿਕੇਟ ਨਹੀਂ, ਇਸ ਲਈ ਅਸੀਂ ਨਹੀਂ ਮੰਨਦੇ ਕਿ ਤੂੰ ਟਰੈਵਲ ਰਿਸਟ੍ਰਿਕਸ਼ਨ ਥੱਲੇ ਨਹੀਂ ਗਿਆ। ਸੋ ਇਹ ਕੰਮ 에ਅਰਲਾਈਨ ਮਹਿਕਮੇ ਦਾ ਤਾਂ ਨਹੀਂ ਹੈਗਾ ਕਿ ਉਹ ਅਸੈਸਮੈਂਟ ਕਰੇ, ਕਿਉਂਕਿ ਇਹ ਗੱਲ ਬਹੁਤ ਜ਼ਿਆਦਾ ਅਖਬਾਰ ਦੇ ਵਿੱਚੋਂ ਹਾਈਲਾਈਟ ਹੋ ਗਈ। ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਇਮੀਗ੍ਰੇਸ਼ਨ ਮਹਿਕਮੇ ਨੇ ਆਪਣੇ ਹੱਥ 'ਚ ਲਿਆ। ਹੁਣ ਜੇ ਕੋਈ ਵਰਕਰ ਦਾ ਜਿਹੜਾ ਸਪਾਊਸ ਆ ਰਿਹਾ ਤਾਂ ਉਹਨੇ ਪ੍ਰੂਵ ਕਰਨਾ ਹੈ ਕਿ ਉਹ ਸਟਿਲ ਮੈਰਿਡ ਹੈ, ਤਾਂ ਮੈਰਿਜ ਸਰਟੀਫਿਕੇਟ ਡਾਕੂਮੈਂਟ ਚਾਹੀਦਾ ਹੋਊਗਾ। ਉਹ ਕਮਿਊਨੀਕੇਸ਼ਨ ਦੇ ਵਿੱਚ ਨੇ ਇੱਕ ਦੂਜੇ ਨੂੰ ਗੱਲ ਕਰਦੇ ਨੇ, ਫੋਨ ਰੈਕਡ ਹੋਣਗੇ ਚਾਹੀਦੇ, ਮਨੀ ਟ੍ਰਾਂਸਫਰ ਰਿਸੀਵ ਹੋਣਗੀਆਂ, ਜਿਹੜੇ ਟਾਈਮ ਉਹ ਇਕੱਠੇ ਸੀ ਕੋਈ ਤਸਵੀਰਾਂ ਹੋਣਗੀਆਂ, ਤਾਂ ਹੀ ਉਹ ਮੰਨਿਆ ਜਾਂਦਾ ਕਿ ਵੀਜ਼ਾ ਤਾਂ ਮਿਲ ਗਿਆ, ਪਰ ਕੀ ਅੱਜ ਉਹ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਨੇ, ਇਹ ਦੇਖਣਾ ਵੀ ਉਹਨੇ ਪਰ 에ਅਰਲਾਈਨਸ ਨੂੰ ਪ੍ਰੂਵ ਕਰਨਾ ਤਾਂ ਨਹੀਂ ਜ਼ਰੂਰੀ ਹੈਗਾ। ਬਿਲਕੁਲ ਨਹੀਂ ਜੀ, 에ਅਰਲਾਈਨ ਨੇ ਤਾਂ ਸਿਰਫ ਉਹ ਚਿੱਠੀ ਦੇਖਣੀ ਹੈ ਜਿਹੜੀ ਇਮੀਗ੍ਰੇਸ਼ਨ ਮਹਿਕਮੇ ਨੇ ਦੇਖਣੀ ਹੈ। ਪਹਿਲਾਂ ਇਹ 에ਅਰਲਾਈਨ ਨੂੰ ਹੀ ਦੇ ਦਿੱਤਾ ਗਿਆ ਸੀ ਕਿ ਉਹ ਡਿਸਾਈਡ ਕਰਨ ਕਿ ਬੰਦਾ ਟਰੈਵਲ ਐਗਜ਼ੈਂਪਸ਼ਨ ਦੇ ਥੱਲੇ ਹੈ। ਸੋ 에ਅਰਲਾਈਨ ਦਾ ਜਿਹੜਾ ਬੰਦਾ ਚੈੱਕ ਇਨ ਕਾਊਂਟਰ ਤੇ ਬੈਠਾ ਉਹ ਨਹੀਂ ਨਾ ਟ੍ਰੇਨਡ ਹੈਗਾ ਇਹਨਾਂ ਅਸੈਸਮੈਂਟ ਕਰਨ ਨੂੰ। ਸੋ ਉਹਨਾਂ ਨੇ ਕਿਹਾ ਕਿ ਆ ਫਲਾਣੇ ਕਾਗਜ਼ ਚਾਹੀਦੇ ਨੇ, ਤੂੰ ਮੈਰਿਜ ਸਰਟੀਫਿਕੇਟ ਚਾਹੀਦਾ, ਤਸਵੀਰਾਂ ਚਾਹੀਦੀਆਂ ਨੇ, ਮਨੀ ਟ੍ਰਾਂਸਫਰ ਰਿਸੀਟ ਚਾਹੀਦੀਆਂ ਨੇ। 에ਅਰਲਾਈਨ ਕੰਪਨੀ ਦੇ ਬੰਦੇ ਨੇ ਆਖਿਆ ਕਿ ਆਹ ਚੀਜ਼ਾਂ ਤੇਰੇ ਕੋਲ ਹੈਗੀਆਂ, ਉਹਨੇ ਕਹਿ ਨਹੀਂ, ਉਹਨੂੰ ਡਿਨਾਈ ਕਰਤਾ। ਸੋ ਟੈਕਨੀਕਲੀ ਉਹਨੇ ਕਿਹਾ ਵੀ ਇਹ 에ਅਰਲਾਈਨ ਕੰਪਨੀ ਨੂੰ ਇਹ ਕਿਉਂ ਅਧਿਕਾਰ ਦਿੱਤਾ ਗਿਆ ਕਿ ਉਹ ਇਹ ਚੀਜ਼ਾਂ ਪੁੱਛੇ, ਇਹ ਤਾਂ ਇਮੀਗ੍ਰੇਸ਼ਨ ਦਾ ਕੰਮ ਹੈ। ਸੋ ਇਮੀਗ੍ਰੇਸ਼ਨ ਨੇ ਉਹਦੇ ਲਈ ਸਪੈਸੀਫਿਕ ਈਮੇਲ ਡਿਜ਼ਾਈਨ ਕੀਤਾ ਜਿੱਥੇ ਤੁਸੀਂ ਸਾਰੀਆਂ ਇਹ ਸਬੂਤ ਨੇ ਜਿਹੜੇ ਭੇਜਣੇ ਨੇ। ਉਹ ਤੋਂ ਬਾਅਦ ਆਫਿਸਰ ਡਿਸਾਈਡ ਕਰਦਾ ਹੈ ਕਿ ਹਾਂਜੀ ਇਹਨੂੰ ਆਉਣ ਦਿੱਤਾ ਜਾਵੇ, ਫਿਰ ਉਹ ਲੈਟਰ ਆਫ ਆਥੋਰਾਈਜੇਸ਼ਨ ਹੈ ਜਿਹੜਾ ਉਹ ਇਸ਼ੂ ਕਰ ਦਿੰਦਾ ਹੈ। ਆਮ ਤੌਰ ਤੇ ਇਹ ਚਿੱਠੀ ਹੈ ਜਿਹੜੀ ਵਿਦਨ 48 ਆਵਰਸ ਆ ਜਾਂਦੀ ਹੈ, ਪਰ ਕਈ ਕੇਸਿਸ ਦੇ ਵਿੱਚੋਂ ਦੇਖਿਆ ਜਿੱਥੇ ਹੋਰ ਸਬੂਤਾਂ ਦੀ ਜ਼ਰੂਰਤ ਹੋਵੇ ਉੱਥੇ ਇਹਨੂੰ ਕਈ ਵਾਰੀ ਟਾਈਮ ਵੀ ਲੱਗ ਜਾਂਦਾ, ਕਈ ਵਾਰੀ ਹਫਤਾ 2 ਹਫ਼ਤੇ ਵੀ ਲੱਗ ਜਾਂਦੇ ਨੇ। ਪਰ ਜਿਹੜਾ PR ਕਾਰਡ ਦਾ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਦਾ ਆਥੋਰਾਈਜੇਸ਼ਨ ਹੈ ਉਹ ਮੈਂ ਤਰਨ ਕੁਇਕਸਟ ਦੇਖਿਆ ਹੈਗਾ, 24 ਘੰਟੇ ਦੇ ਵਿੱਚ ਵੀ ਆ ਜਾਂਦਾ ਜੀ, ਕਿਉਂਕਿ ਉਹ ਬਹੁਤ ਸਪੈਸੀਫਿਕ ਰਿਕੁਆਇਰਮੈਂਟਸ ਨੇ ਕਿ ਪਿਛਲੇ 50 ਸਾਲਾਂ ਦੇ ਵਿੱਚੋਂ ਤੁਸੀਂ 730 ਦਿਨ ਕੈਨੇਡਾ ਰਹੇ ਹੋ ਕਿ ਨਹੀਂ ਰਹੇ ਹੋ। ਜੇ ਤੁਸੀਂ ਪ੍ਰੂਵ ਕਰਦੇ ਨੇ ਰਹੇ ਹੋ ਤਾਂ ਹਾਂਜੀ ਆਨਸਰ ਯੈਸ ਹੈਗਾ। ਜੇ ਤੁਸੀਂ ਨਹੀਂ ਰਹੇ ਤੇ ਤੁਸੀਂ ਕੈਨੇਡੀਅਨ ਸਿਟੀਜ਼ਨ ਨੂੰ ਅਕੰਪਨੀ ਕਰਦੇ ਸੀ ਜਿਹੜਾ ਤੁਹਾਡਾ ਸਪਾਊਸ ਹੈ, ਤੁਸੀਂ ਉਹ ਸਬੂਤ ਦੇਣੇ ਹੈ। ਤੇ ਜੇ ਤੁਸੀਂ ਨਹੀਂ ਰਹੇ ਪਰ ਇਹਦੇ ਨਾਲ ਕੋਈ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੰਸਰਨ ਸੀ, ਤੁਸੀਂ ਉਹ ਪ੍ਰੂਵ ਕਰਨਾ। ਤੁਸੀਂ ਕਿਸੇ ਦੀ ਟੇਕ ਕੇਅਰ ਕਰਨ ਗਏ ਸੀ, ਕੋਈ ਬਿਮਾਰ ਸੀ, ਤਾਂ ਵੀ ਉਹ ਤੁਹਾਡੇ ਹੱਕ 'ਚ ਫੈਸਲਾ ਆ ਜਾਂਦਾ ਜੀ। ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਰਕਰਸ ਦੀ ਗੱਲ ਚੱਲ ਰਹੀ ਹੈ। ਜਿਸ ਤਰ੍ਹਾਂ ਕੋਈ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ, ਸਾਡਾ ਮਨ ਟੈਨੈਂਟ ਹੀ ਹੈ, ਉਹ ਇਸ ਟਾਈਮ ਇੰਡੀਆ ਗਿਆ ਹੈ ਵਿਦ ਫੈਮਿਲੀ, ਪੂਰਾ ਫਸਿਆ ਹੈ ਉੱਥੇ ਜੀ। ਤੇ ਹੁਣ ਉਹਦੀ ਕੰਪਨੀ ਵੀ ਕੰਮ ਕਰ ਰਹੀ ਹੈ, ਇੱਥੇ ਚੱਲ ਰਿਹਾ ਉਹਦਾ ਪ੍ਰੋਜੈਕਟ, IT ਦਾ ਬੰਦਾ ਉੱਥੇ ਕੰਮ ਕਰ ਰਿਹਾ ਜੀ। ਤੇ ਹੁਣ ਇੱਥੇ ਵੀ ਉਹਦਾ ਕੰਮ ਹੈ, ਪਰ ਉਹ ਫਸਿਆ ਵੀ ਕੀ ਉਹ ਆ ਸਕਦਾ, ਕਿਉਂਕਿ ਫੈਮਿਲੀ ਨਾਲ ਪੂਰੀ ਹੈ, ਉਹਦੀ ਬੱਚੇ ਵੀ ਹੈ, ਉਹਦੀ ਵਾਈਫ ਵੀ ਹੈ। ਤੇ ਕੀ ਪ੍ਰੋਸੀਜਰ ਹੈ ਕਿ ਉਹਨੂੰ ਇਕੱਲੇ ਤੋਂ ਪਹਿਲੇ ਆਉਣਾ ਪਏਗਾ, ਫਿਰ ਵਾਈਫ ਨੂੰ ਬੁਲਾਏਗਾ, ਬੱਚਿਆਂ ਨੂੰ, ਜਾਂ ਇਕੱਠੇ ਆ ਸਕਦਾ? ਜਿਹੜੀ ਤੁਸੀਂ ਵੈਬਸਾਈਟ ਕਹਿੰਦੇ ਹੋ ਜਿੱਥੇ ਰਜਿਸਟ੍ਰੇਸ਼ਨ ਕਰਾਣੀ, ਉਹ ਵੀ ਦੱਸ ਕੇ ਜਾਓ ਪਲੀਜ਼, ਕਿਹੜੀ ਹੈ ਜਿੱਥੇ ਉਹ ਕਰੇ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਸਰ। ਇਹ ਬਹੁਤ ਯੂਨੀਕ ਸਿਚੁਏਸ਼ਨ ਹੈ ਜਿੱਥੇ ਸਾਰੇ ਵੀ ਨਾਲ ਗਏ ਹੋਏ ਨੇ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਉਸ ਇੰਡੀਵਿਜੂਅਲ ਨੂੰ ਇਕੱਲਿਆਂ ਨੂੰ ਆਉਣਾ ਪੈਣਾ ਜੀ, ਕਿਉਂਕਿ ਉਹਨੇ ਆ ਕੇ ਜੌਬ ਸ਼ੁਰੂ ਕਰਨੀ ਹੈਗੀ। ਸੋ ਇਹ ਸਿੱਧਾ ਜਿਹੜਾ ਮਾਮਲਾ ਹੈ C41 ਐਗਜ਼ੈਂਪਸ਼ਨ ਦਾ ਹੈਗਾ। ਸੋ C41 ਐਗਜ਼ੈਂਪਸ਼ਨ ਕੀ ਹੈ ਪਹਿਲਾਂ ਆਪਾਂ ਇਹ ਵਿਚਾਰ, ਫਿਰ ਸਭ ਨੂੰ ਸਮਝ ਆ ਜਾਣਾ ਵੀ ਕੀ ਮਾਮਲਾ ਹੈਗਾ। ਜੇ ਕੋਈ ਵਰਕਰ ਹੈਗਾ ਕੈਨੇਡਾ ਦੇ ਵਿੱਚੋਂ ਤੇ ਉਹਦੀ ਜੌਬ ਹੈ ਜਿਹੜੀ ਉਹ ਨੌਕ ਕੋਡ OAB ਦੇ ਥੱਲੇ ਹੈਗੀ ਹੈ, ਤਾਂ ਉਹਦਾ ਜਿਹੜਾ ਸਪਾਊਸ ਹੈ ਉਹਨੂੰ ਓਪਨ ਵਰਕ ਪਰਮਿਟ ਦਿੱਤਾ ਜਾ ਸਕਦਾ ਬਿਨਾਂ LMIA ਦੇ, ਤੇ ਜਿਹੜਾ ਉਹਦਾ ਐਗਜ਼ੈਂਪਸ਼ਨ ਕੋਡ ਹੈ ਉਹ C41 ਹੈ। ਸੋ C41 ਦੀ ਰਿਕੁਆਇਰਮੈਂਟ ਹੈਗੀ ਹੈ ਕਿ ਤੁਸੀਂ ਮੈਰਿਡ ਹੋਣੇ ਚਾਹੀਦੇ ਹੋ, ਜਿਹੜਾ ਇੰਡੀਵਿਜੂਅਲ ਹੈ ਉਹ ਕੈਨੇਡਾ ਦੇ ਵਿੱਚੋਂ OAB ਜੌਬ ਕਰਦਾ ਹੋਣਾ ਚਾਹੀਦਾ ਹੈਗਾ, ਤੇ ਫਿਰ ਉਸ ਤੋਂ ਬਾਅਦ ਉਹਨੂੰ ਪਰਮਿਟ ਹੈ ਜਿਹੜਾ ਇਸ਼ੂ ਹੋਊਗਾ। ਹੁਣ ਜੇ ਇੰਡੀਵਿਜੂਅਲ ਹੀ ਨਹੀਂ ਹੈ ਕੰਮ ਕਰ ਰਿਹਾ ਜੀ ਇੱਥੇ, ਤਾਂ ਦੂਜੇ ਫੈਮਿਲੀ ਮੈਂਬਰ ਤਾਂ ਉਹਦਾ ਕੋਈ ਮਤਲਬ ਨਹੀਂ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਉਸ ਇੰਡੀਵਿਜੂਅਲ ਨੂੰ ਕੈਨੇਡਾ ਆਉਣਾ ਪੈਣਾ ਹੈਗਾ, ਤੇ ਉਹ ਜਦੋਂ ਕੈਨੇਡਾ ਪਹੁੰਚ ਗਿਆ ਉਸ ਤੋਂ ਬਾਅਦ ਫਿਰ ਉਹ ਆਥੋਰਾਈਜੇਸ਼ਨ ਆਪਣੀ ਫੈਮਿਲੀ ਨੂੰ, ਜਿਹੜੇ ਫੈਮਿਲੀ ਮੈਂਬਰ ਨੂੰ ਮੰਗਾ ਸਕਦਾ ਹੈਗਾ ਜਦੋਂ ਕੰਮ ਤੇ ਵਾਪਸ ਚਲਿਆ ਜਾਂਦਾ। ਉਹਦੇ ਲਈ ਸਭ ਤੋਂ ਪਹਿਲਾਂ ਤਾਂ ਉਹਨੂੰ ਇੱਕ ਜੌਬ ਆਫਰ ਚਾਹੀਦਾ ਹੈਗਾ, ਜਿਹੜਾ ਕਰੰਟ ਜੌਬ ਆਫਰ ਹੋਵੇ, ਕਿ ਉਹਦਾ ਐਮਪਲੋਇਰ ਲਿਖ ਕੇ ਦੇ ਦੀ ਆਹ ਜੌਬ ਹੈਗੀ ਹੈ, ਇਹ ਇੰਨੀ ਤਰੀਕ ਨੂੰ ਆ ਕੇ ਆਪਣਾ ਕੰਮ ਸ਼ੁਰੂ ਕਰੂਗਾ। ਉਸ ਤੋਂ ਬਾਅਦ ਉਹਦੀ ਕੁਆਰੰਟੀਨ ਪਲਾਨ ਹੋਣੀ ਚਾਹੀਦੀ ਹੈ। ਉਹ ਕੁਆਰੰਟੀਨ ਪਲਾਨ, ਜੌਬ ਆਫਰ ਉਹਨੇ ਇਮੀਗ੍ਰੇਸ਼ਨ ਮਹਿਕਮੇ ਨੂੰ ਸਬਮਿਟ ਕਰਨੀ ਹੈ। ਹੁਣ ਉਹ ਈਮੇਲ ਐਡਰੈਸ ਬਹੁਤ ਲੰਬਾ ਹੈਗਾ ਜੀ, ਕਿਉਂਕਿ ਉਹ ਇੰਗਲਿਸ਼ ਤੇ ਫਰੈਂਚ ਦੇ ਵਿੱਚੋਂ ਹੈ, ਸੋ ਉਹ ਮੈਨੂੰ ਦੱਸਣਾ ਮੁਸ਼ਕਲ ਹੋਊਗਾ, ਪਰ ਅਸੀਂ ਉਹਦੀ ਮਦਦ ਕਰ ਸਕਦੇ ਹਾਂ। ਸੋ
ਉਹ ਸਾਰੇ ਕਾਗਜ਼ ਭੇਜਣੇ ਆ ਉਹਨੇ। ਉਸ ਤੋਂ ਬਾਅਦ ਉਹਨੂੰ ਇੱਕ ਲੈਟਰ ਆਫ ਆਥੋਰਾਈਜੇਸ਼ਨ ਇਸ਼ੂ ਹੋਗਾ। ਉਹ ਲੈਟਰ ਆਫ ਆਥੋਰਾਈਜੇਸ਼ਨ ਟਿਕਟ ਲੈ ਕੇ ਉਹਨੇ ਜਹਾਜ਼ ਚੜ੍ਹ ਕੇ ਇੱਥੇ ਪਹੁੰਚਣਾ। ਇੱਥੇ ਆਉਣ ਤੋਂ ਬਾਅਦ ਉਹਨੇ 14 ਦਿਨ ਆਪਣੇ ਆਪ ਨੂੰ ਕੁਆਰੰਟੀਨ ਕਰਨਾ ਹੈਗਾ। ਕੁਆਰੰਟੀਨ ਕਰਨ ਤੋਂ ਬਾਅਦ ਉਹਨੇ ਜੌਬ ਤੇ ਵਾਪਸ ਜਾਣਾ ਹੈਗਾ। ਫਿਰ ਉਹਨੇ ਜਿਹੜੇ ਵੀ ਫੈਮਿਲੀ ਮੈਂਬਰ ਨੂੰ ਮੰਗਾਉਣਾ ਉਹਦੇ ਲਈ ਸੇਮ ਪ੍ਰੋਸੀਜਰ ਕਰਨਾ। ਹੁਣ ਜਿਹੜਾ ਉਹਦਾ ਸਪਾਊਸ ਹੈ, ਆਪਾਂ ਨੂੰ ਪਤਾ ਉਹਦੇ ਕੋਲ ਓਪਨ ਪਰਮਿਟ ਹੈਗਾ, ਪਰ ਉਹਦੇ ਕੋਲ ਕੀ ਜੌਬ ਆਫਰ ਹੈਗੀ ਆ? ਫਿਰ ਉਹਦੇ ਕੋਲ ਵੀ ਜੌਬ ਆਫਰ ਹੋਣੀ ਜ਼ਰੂਰੀ ਹੈ। ਸੋ ਸੇਮ ਪ੍ਰੋਸੀਜਰ, ਜੌਬ ਆਫਰ, ਉਹ ਤੋਂ ਬਾਅਦ ਕੁਆਰੰਟੀਨ ਪਲਾਨ, ਫਿਰ ਉਹਦਾ ਕਾਗਜ਼ ਸਬਮਿਟ ਕਰਨਾ ਤੇ ਫਿਰ ਉਹਨੇ ਜਾਣਾ ਹੈਗਾ। ਜਿੰਨਾ ਚਿਰ ਇਹ ਕਾਗਜ਼ ਨਹੀਂ ਪੂਰੇ ਹੁੰਦੇ ਉਹਨਾਂ ਚਿਰ ਉਹ ਇੰਡੀਵਿਜੂਅਲਸ ਨੂੰ ਇੱਥੇ ਨਹੀਂ ਆਉਣ ਦਿੱਤਾ ਜਾਊਗਾ। ਇਹ ਇੱਕ ਯੂਨੀਕ ਸਿਚੁਏਸ਼ਨ ਹੈ ਕਿ ਲੋਕ ਸਾਰੇ ਪਰਿਵਾਰ ਨਾਲ ਗਏ ਹੋਏ ਆ, ਪਰ ਆਮ ਤੌਰ ਤੇ ਹੁਣ ਤੱਕ ਮੈਂ ਜਿਹੜੇ ਕੇਸਿਸ ਦੇਖੇ ਉਹ ਮੈਜੋਰਿਟੀ ਇਹੀ ਦੇਖੇ ਨੇ ਕਿ ਇੱਕ ਇੰਡੀਵਿਜੂਅਲ ਗਿਆ ਤੇ ਉਹ ਵਾਪਸ ਆਉਣਾ ਚਾਹੁੰਦਾ ਹੈ, ਜਾਂ ਇੱਕ ਇੰਡੀਵਿਜੂਅਲ ਇੱਥੇ ਹੈਗਾ ਉਹ ਦੂਜੇ ਨੂੰ ਬੁਲਾਉਣਾ ਚਾਹੁੰਦਾ ਹੈਗਾ। ਤੇ ਦੂਜਾ ਜਿਹੜਾ ਤੁਹਾਡਾ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਇਹਦੇ 'ਚ ਕਿ ਤੁਹਾਡੇ ਵਰਕ ਪਰਮਿਟ ਦੀ ਲੈਂਥ 6 ਮਹੀਨੇ ਤੋਂ ਵੱਧ ਹੋਣੀ ਜ਼ਰੂਰੀ ਹੈ। ਜੇ ਉਹ 6 ਮਹੀਨੇ ਤੋਂ ਘੱਟ ਹੈਗੀ ਹੈ ਤਾਂ ਫਿਰ ਤੁਸੀਂ ਐਲੀਜੀਬਲ ਨਹੀਂ ਹੈਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ? ਮੇਰੀ ਪਿੰਡ ਬੋਲਦਾ ਸੀਗਾ ਜੀ। ਜੀ ਦੱਸੋ ਕੀ ਸਵਾਲ ਹੈ? ਤੇ ਮੇਰਾ ਕਹਿਣਾ ਸਾਹਿਬ ਇਹ ਸਵਾਲ ਸੀਗਾ ਵੀ ਮੇਰੇ 2 ਬੇਟੀਆਂ ਨੇ ਜੀ, ਇੱਕ ਹੈਗੀ 11 ਸਾਲਾਂ ਦੀ, ਇੱਕ ਹੈਗੀ 15 ਸਾਲਾਂ ਦੀ, ਤੇ ਮੈਂ ਸਿਟੀਜ਼ਨਸ਼ਿਪ ਲਈ ਉਹਨਾਂ ਦਾ ਅਪਲਾਈ ਕੀਤਾ ਸੀ। ਤੇ ਅਸੀਂ ਆਪਦਾ ਤਾਂ ਨਹੀਂ ਕੀਤਾ ਹੈਗਾ, ਬੱਚਿਆਂ ਦਾ ਕੀਤਾ। ਤਾਂ ਉਹਨਾਂ ਨੂੰ ਕਿੰਨਾ ਟਾਈਮ ਲੱਗ ਸਕਦਾ? ਕੀਤੇ ਨੂੰ ਮੈਨੂੰ ਫਰਵਰੀ 'ਚ ਕੀਤਾ ਸੀਗਾ ਜੀ ਮੈਂ ਉਹਨਾਂ ਦਾ ਜੀ। ਸਰ ਕੁਝ ਤੇ ਦੂਜਾ ਸਵਾਲ ਮੇਰਾ ਇਹ ਹੈ ਜੀ, ਉਹਨਾਂ ਦੇ ਪਾਸਪੋਰਟ ਆਪਣੇ ਹੁਣ ਦਸੰਬਰ 'ਚ ਐਕਸਪਾਇਰ ਹੋ ਜਾਣਾ ਨੇ ਜੀ। ਉਹ ਤੋਂ ਪਹਿਲਾਂ ਮੈਨੂੰ ਪਾਸਪੋਰਟ ਨਵੇਂ ਬਣਾਉਣੇ ਪੈਣਗੇ ਜਾਂ ਨਹੀਂ ਬਣਾਉਣੇ ਪੈਣਗੇ? ਇਹ ਇੰਨੀ ਗੱਲ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ, ਹਾਲੇ ਫਿਲਹਾਲ ਸਿਟੀਜ਼ਨਸ਼ਿਪ ਦੀ ਕੋਈ ਵੀ ਪ੍ਰੋਸੈਸਿੰਗ ਹੈ ਜਿਹੜੀ ਉਹ ਨਹੀਂ ਚੱਲ ਰਹੀ, ਹੋਰ ਨਹੀਂ, ਬਿਲਕੁਲ ਵੀ ਨਹੀਂ ਹੋ ਰਹੀ ਜੀ। ਤਾਂ ਜਦੋਂ ਤੱਕ ਉਹ ਪ੍ਰੋਸੈਸਿੰਗ ਹਾਲੇ ਨਹੀਂ ਖੁੱਲੂਗੀ ਉਦੋਂ ਤੱਕ ਕੋਈ ਵੀ ਆਸ ਨਹੀਂ ਹੈਗੀ ਹੈ ਕਿ ਉਹ ਦੋਵੇਂ ਚਿਲਡਰਨ ਨੂੰ ਕੋਈ ਸਿਟੀਜ਼ਨਸ਼ਿਪ ਹੈ ਜਿਹੜੀ ਉਹ ਮਿਲ ਜੂਗੀ। ਸੋ ਇਹ ਤਾਂ ਹੁਣ ਆਉਣ ਵਾਲੇ ਸਿਨੈਰੀਓਜ਼ ਤੋਂ ਹੀ ਪਤਾ ਚੱਲੂਗਾ ਕਿ ਕੋਵਿਡ-19 ਕਿਵੇਂ ਅੱਗੇ ਪ੍ਰੀਵੇਲ ਕਰਦਾ ਹੈ। ਆਪਣੇ ਸੈਕਿੰਡ ਵੇਵ ਆਉਂਦੀ ਹੈ, ਆਪਾਂ ਦੁਬਾਰੇ ਲਾਕਡਾਊਨ 'ਚ ਨਹੀਂ ਪਹੁੰਚਦੇ। ਸੋ ਇਹ ਸਾਰੀਆਂ ਸਰਕਮਸਟੈਂਸਿਸ ਡਿਟਰਮਿਨ ਕਰਨਗੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚੋਂ ਉਹ ਪ੍ਰੋਸੈਸਿੰਗ ਸ਼ੁਰੂ ਹੋਊਗੀ ਕਿ ਨਹੀਂ ਹੋਊਗੀ। ਤੇ ਦੂਜਾ ਇਹਨਾਂ ਦਾ ਸਵਾਲ ਸੀਗਾ ਕਿ ਨਵੇਂ ਪਾਸਪੋਰਟ ਬਣਾਉਣ ਦੀ ਜ਼ਰੂਰਤ ਹੈਗੀ ਹੈ ਕਿ ਨਹੀਂ ਹੈਗੀ ਹੈ। ਪਾਸਪੋਰਟ ਇੱਕ ਟਰੈਵਲ ਡਾਕੂਮੈਂਟ ਹੈਗਾ ਜੀ। ਸੋ ਜੇ ਤੁਸੀਂ ਟਰੈਵਲ ਕਰਨਾ ਤੁਹਾਨੂੰ ਬਿਲਕੁਲ ਪਾਸਪੋਰਟ ਆ ਜਿਹੜਾ ਉਹ ਬਣਾਉਣਾ ਪਊਗਾ। ਤੇ ਦੂਜਾ ਜੇ ਉਹਨਾਂ ਨੂੰ ਤੁਸੀਂ PR ਕਾਰਡ ਵੀ ਅੱਗੇ ਲੈਣਾ ਹੈਗਾ, ਕਿਉਂਕਿ ਉਹ ਵੀ ਹੁਣ ਜੇ ਐਕਸਪਾਇਰ ਹੋਣ ਵਾਲਾ ਹੋਊਗਾ ਤਾਂ ਤੁਹਾਨੂੰ ਪਾਸਪੋਰਟ ਦੀ ਜ਼ਰੂਰਤ ਹੈ ਜਿਹੜੀ ਪਊਗੀ। ਸੋ ਜੇ ਤੁਸੀਂ ਦਸੰਬਰ ਤੋਂ ਬਾਅਦ ਟਰੈਵਲ ਕਰਨਾ ਹੈਗਾ, ਹਾਂਜੀ ਤੁਹਾਨੂੰ ਪਾਸਪੋਰਟ ਹੈ ਜਿਹੜਾ ਜ਼ਰੂਰ ਬਣਾਉਣਾ ਚਾਹੀਦਾ। ਜੇ ਤੁਹਾਡੇ ਚਿਲਡਰਨ ਨੇ ਟਰੈਵਲ ਨਹੀਂ ਕਰਨਾ ਹੈਗਾ ਤੇ ਫਿਰ ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ ਜੀ। ਜੀ ਸਰ, ਜੀ ਬਿਲਕੁਲ ਸਰ। ਅਸੀਂ ਇੱਕ ਕੁਐਸਚਨ ਜ਼ਰੂਰ ਹੈ ਕਿ ਜਿਵੇਂ ਕੋਈ ਇਸ ਵਕਤ ਅਸੀਂ ਕਹਿ ਰਹੇ ਹਾਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੀ ਇਸ ਵਕਤ PR ਕੈਟਾਗਰੀਜ਼ ਲਈ ਪਿਕ ਹੋ ਰਹੀਆਂ ਨੇ। ਸੋ ਇਸ ਵਕਤ ਜਿਵੇਂ ਇੱਕ ਕੈਟਾਗਰੀ ਇਹ ਵੀ ਹੈ ਕਿ ਜਿਵੇਂ ਇਹਨਾਂ ਨੇ ਵਰਕ ਪਰਮਿਟ ਤੇ ਨੇ ਇਹ ਗਏ ਹੋਏ ਨੇ ਇੰਡੀਆ ਦੇ ਵਿੱਚ, ਸਪੋਜ਼ ਇਹਨਾਂ ਦੇ ਪੁਆਇੰਟਸ ਪੂਰੇ ਹੁੰਦੇ ਨੇ, ਇਹ ਇੰਡੀਆ ਬੈਠੇ ਆਪਣੇ ਸਾਰੀ ਫਾਈਲ ਲਗਾ ਸਕਦੇ ਆ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ, ਜਾਂ ਫਿਰ ਤੁਹਾਨੂੰ ਕੈਨੇਡਾ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ? ਬਿਲਕੁਲ ਨਹੀਂ ਤਰਨ, ਤੁਹਾਨੂੰ ਕੈਨੇਡਾ 'ਚ ਮੌਜੂਦ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ। ਤੁਸੀਂ ਕਿਸੇ ਵੀ ਸਮੇਂ ਉਹ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਵਿਦਨ ਜੋ ਕੈਨੇਡਾ ਛੱਡਣ ਤੋਂ 2 ਸਾਲ ਦੇ ਬਾਅਦ ਵੀ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਚਲਾ ਸਕਦੇ ਹੋ। ਸੋ ਜੇ ਤੁਸੀਂ ਅੱਜ ਕੈਨੇਡਾ ਛੱਡ ਕੇ ਜਾਂਦੇ ਹੋ ਪਰ ਤੁਸੀਂ ਐਲੀਜੀਬਲ ਸੀ, ਹੁਣ ਤੋਂ 2 ਸਾਲ ਦੇ ਪੀਰੀਅਡ ਦੇ ਵਿੱਚ ਵੀ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚੋਂ ਐਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਦੇ ਹੋ। ਸੋ ਤੁਹਾਨੂੰ ਕੈਨੇਡਾ 'ਚ ਪ੍ਰੈਜ਼ੈਂਟ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ। ਪਰ ਫਿਰ ਅਗੇਨ ਦੂਜੀ ਗੱਲ ਆ ਜਾਂਦੀ ਹੈ ਕਿ ਜੋ ਕੈਨੇਡਾ 'ਚ ਪ੍ਰੈਜ਼ੈਂਟ ਨਹੀਂ, ਕੀ ਉਹਨਾਂ ਨੂੰ ਜੋ ਡਾਕੂਮੈਂਟੇਸ਼ਨ ਚਾਹੀਦੀ ਹੈ ਉਹਦੀ ਅਵੇਲੇਬਿਲਿਟੀ ਉਹਨਾਂ ਨੂੰ ਹੋ ਪਾਊਗੀ ਕਿ ਨਹੀਂ ਹੋ ਪਾਊਗੀ, ਉਹਨਾਂ ਦਾ ਜਿਹੜਾ EMPLOYER ਹੈ ਉਹਨਾਂ ਨੂੰ ਉਹ ਕਾਗਜ਼ ਦੇ ਰਿਹਾ ਜਾਂ ਨਹੀਂ ਦੇ ਰਿਹਾ, ਉਹ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਕਿਉਂਕਿ ਇਹ ਸਰਕਮਸਟੈਂਸਸ ਦੇ ਵਿੱਚੋਂ ਜਿਹੜੀ ਆਪਾਂ ਪਰਟੀਕੂਲਰਲੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕੀਤੀ ਹੈ, ਜੇ ਉਹ ਹੁਣ ਤਾਂ ਬਹੁਤ ਲੰਬਾ ਸਮਾਂ ਹੋ ਗਿਆ, ਜੇ ਉਹ ਆਪਣੇ EMPLOYER ਨਾਲ ਗੱਲ ਕਰਦੇ ਸੋ ਸ਼ਾਇਦ ਹੁਣ ਤੋਂ ਪਹਿਲਾਂ ਉਹ ਵਾਪਸ ਵੀ ਆ ਸਕਦੇ ਸੀਗੇ। ਜਾਂ ਦੂਜੀ ਗੱਲ ਇਹ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਸ਼ਾਇਦ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਹੈ ਕਿ ਉਹ ਵਾਪਸ ਕਿਵੇਂ ਆ ਸਕਦੇ ਹੈਗੇ ਆ। ਤੇ ਦੂਜਾ ਜਿਹੜਾ ਜੇ 6 ਮਹੀਨੇ ਤੋਂ ਘੱਟ ਦਾ ਵਰਕ ਪਰਮਿਟ ਹੈ ਫਿਰ ਉਹ ਇਹਦੇ ਲਈ ਐਲੀਜੀਬਲ ਨਹੀਂ, ਫਿਰ ਹੁਣ ਨਵਾਂ LMIA ਲੈਣਾ ਪੈਣਾ। ਨਵਾਂ LMIA ਲੈਣ ਤੋਂ ਬਾਅਦ ਵਰਕ ਪਰਮਿਟ ਨਵਾਂ ਉਹਨਾਂ ਨੂੰ ਮਿਲੂਗਾ, ਉਹ ਫਿਰ ਵਾਪਸ ਆ ਸਕਦੇ। ਜੇ ਕੋਈ LMIA ਬੇਸਡ PR ਅਪਲਾਈ ਕਰਦਾ ਕਿ ਉਸ ਦੇ ਲਈ ਵੀ PR ਲਈ ਉਹਨੂੰ LMIA ਉਹਦੀ ਪ੍ਰੋਪਰ ਟਾਈਮਿੰਗ ਹੋਣੀ ਚਾਹੀਦੀ ਹੈ, ਜਾਂ ਫਿਰ ਇੱਕ ਵਾਰ ਜਸਟ ਕੇਸ ਸਬਮਿਟ ਕਰਨ ਤੱਕ ਹੀ ਇਹ ਹੋਣੀ ਚਾਹੀਦੀ ਹੈ ਇਹਦੀ ਵੈਲਿਡਿਟੀ?
ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਸੀਗਾ ਭਾਜੀ ਕੋਲ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ ਤੁਸੀਂ? ਹਾਂਜੀ ਮੈਂ ਮਿਸਵਾਗਾ ਤੋਂ ਬੋਲ ਰਿਹਾ। ਜੀ ਸਰ, ਕੀ ਸਵਾਲ ਹੈ ਤੁਹਾਡਾ? ਹਾਂਜੀ ਪੀਜੀਪੀ ਅਪਲਾਈ ਕੀਤਾ ਹੋਇਆ ਸੀ ਪੇਰੈਂਟਸ ਦਾ, ਹੂੰ ਤੇ ਆਲਮੋਸਟ ਸਾਡਾ ਲਾਈਕ 15-16 ਮੰਥਸ ਹੋ ਗਏ ਨੇ, ਤੇ ਮੈਡੀਕਲ ਵਗੈਰਾ ਉਹਨਾਂ ਨੂੰ ਰਿਸੀਵ ਹੋ ਗਿਆ ਸੀਗਾ, ਪਰ ਕੋਈ ਅਪਡੇਟ ਨਹੀਂ ਆ ਰਹੀ ਹੈਗੀ ਉਹਦੇ ਤੇ ਦੱਸ ਸਕਦੇ ਨੇ ਕਿ ਕਿੰਨਾ ਕੁ ਟਾਈਮ ਲੱਗੇਗਾ? ਜੀ ਆਪਾਂ ਕੁਝ ਪੁੱਛ ਰਹੇ ਹਾਂ ਟੀਵੀ ਸਕਰੀਨ ਤੇ, ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ ਸਰ। ਕਰਨ ਜਿਹੜੀਆਂ ਐਪਲੀਕੇਸ਼ਨਸ ਨੇ ਹਾਲੇ ਬਹੁਤ ਲੋ ਪ੍ਰਾਇੋਰਟੀ ਐਪਲੀਕੇਸ਼ਨਸ ਹੈਗੀਆਂ ਨੇ, ਸੋ ਇਹ ਬਹੁਤ ਸਲੋਲੀ ਪ੍ਰੋਸੈਸ ਹੋ ਰਹੀਆਂ ਨੇ, ਕਿਉਂਕਿ ਜਿਹੜਾ ਸਟਾਫ ਹੈਗਾ ਇਸ ਵੇਲੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਉਹ ਇਕੱਲੀ ਦਿੱਲੀ ਦਫ਼ਤਰ ਦੇ ਵਿੱਚੋਂ ਕੰਮ ਹੋ ਰਿਹਾ ਹੈਗਾ, ਤੇ ਦਿੱਲੀ ਦਫ਼ਤਰ ਦੇ ਵਿੱਚ ਵੀ ਇਸ ਵੇਲੇ ਜਿਹੜੀ ਟੌਪ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਜੀ, ਉਹ ਦਿੱਤੀ ਜਾ ਰਹੀ ਹੈ ਜਿਹੜੇ ਸਟੂਡੈਂਟ ਐਪਲੀਕੇਸ਼ਨਸ ਨੇ, ਕਿਉਂਕਿ 15 ਸੈਪਟੈਂਬਰ ਤੋਂ ਪਹਿਲਾਂ ਉਹ ਸਾਰੀਆਂ ਪ੍ਰੋਸੈਸ ਕਰਨੀਆਂ ਜ਼ਰੂਰੀ ਨੇ ਜੀ। ਸੋ ਟੌਪ ਪ੍ਰਾਇੋਰਟੀ ਹੈ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ, ਜਾਂ ਟੌਪ ਪ੍ਰਾਇੋਰਟੀ ਉਹਨਾਂ ਲੋਕ ਕੇਸਿਸ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਅਪੀਲ ਅਲਾਓ ਹੋ ਚੁੱਕੇ ਹੈਗੇ ਆ, ਕਿਉਂਕਿ ਜਿਹੜਾ ਜਦੋਂ ਅਪੀਲ ਅਲਾਓ ਹੋ ਜਾਂਦੀ ਹੈ ਤਾਂ ਸਰਟਨ ਟਾਈਮ ਦੇ ਵਿੱਚ ਜੀ ਜਿਹੜਾ ਕੋਰਟ ਦਾ ਆਰਡਰ ਹੈ ਉਹਨੂੰ ਇੰਪਲੀਮੈਂਟ ਕਰਨਾ ਜ਼ਰੂਰੀ ਹੁੰਦਾ ਜੀ। ਸੋ ਟੌਪ ਪ੍ਰਾਇੋਰਟੀ ਇਹਨਾਂ ਜਾਂ ਵਰਕ ਪਰਮਿਟ ਦੇ ਜਿਹੜੇ ਮਾਮਲੇ ਹੈਗੇ ਨੇ, ਜਿੱਥੇ ਕੋਈ ਐਸੈਂਸ਼ੀਅਲ ਸਰਵਿਸਿਜ਼ ਨੇ, ਉਹਨਾਂ ਨੂੰ ਟੌਪ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ, ਪਰ ਪੈਰੈਂਟਸ ਗ੍ਰੈਂਡ ਪੈਰੈਂਟਸ ਕੇਸਿਸ ਨੂੰ ਹਾਲੇ ਬਿਲਕੁਲ ਕੋਈ ਪ੍ਰਾਇੋਰਟੀ ਨਹੀਂ ਦਿੱਤੀ ਜਾ ਰਹੀ। ਕਾਲਰ ਹੋਰ ਜੁੜ ਗਏ ਨੇ ਸਾਡੇ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਰ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਮੈਮ ਮੇਰੇ ਫਾਦਰ ਸੁਪਰ ਵੀਜ਼ਾ ਦੇ ਉੱਪਰ ਹੈਗੇ, ਤੇ ਉਹ ਇੰਡੀਆ ਦੇ ਵਿੱਚ ਸਟਰਕ ਹੈਗੇ ਫਰੋਮ ਨਵੰਬਰ ਲਾਸਟ ਈਅਰ, ਤੇ ਅਸੀਂ ਜਦੋਂ ਵੀ ਇਹਨਾਂ ਦੀ ਟਿਕਟ ਬੁੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ 에ਅਰ ਇੰਡੀਆ ਤੋਂ, ਤੇ ਉਹ ਸਾਨੂੰ ਕਹਿ ਰਹੇ ਹੈ ਕਿ ਤੁਹਾਨੂੰ ਕੋਈ ਆਥੋਰਾਈਜੇਸ਼ਨ ਰਿਕੁਆਇਰਡ ਹੈ, ਬਟ ਆਈਆਰਸੀਸੀ ਕਹਿੰਦਾ ਕਿ ਕੋਈ ਵੀ ਆਥੋਰਾਈਜੇਸ਼ਨ ਰਿਕੁਆਇਰਡ ਨਹੀਂ ਹੈ। ਸੋ ਇਹਦੀ ਕਨਫਿਊਜ਼ਨ ਥੋੜਾ ਜਿਹਾ ਇਹਦੇ ਉੱਪਰ ਚਾਹੂੰਗਾ ਜੀ ਤੁਹਾਡੀ ਹੈਲਪ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ। ਕੁਝ ਪੁੱਛਣਾ ਤਾਂ ਨਹੀਂ ਨਾ ਤੋਂ? ਨਹੀਂ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਇਹ ਬਹੁਤ ਡਿਲੇਮਾ ਸਿਚੁਏਸ਼ਨ ਹੈਗਾ ਜੀ, ਕਿਉਂਕਿ 에ਅਰਲਾਈਨ ਨੂੰ ਉਹ ਚਿੱਠੀ ਚਾਹੀਦੀ ਹੈ ਤੇ ਵੈਬਸਾਈਟ ਕਹਿੰਦੀ ਹੈ ਤੁਹਾਨੂੰ ਆਥੋਰਾਈਜੇਸ਼ਨ ਦੀ ਲੋੜ ਨਹੀਂ ਹੈਗੀ। ਸੋ ਇੱਕ ਦਿਨ ਇਹ ਸਵਾਲ ਮੌਂਟਰੀਆਲ ਤੋਂ ਵੀ ਇੱਕ ਕਾਲਰ ਨੇ ਕੀਤਾ ਸੀਗਾ। ਉਹਦਾ ਬਹੁਤ ਸਿੰਪਲ ਆਨਸਰ ਹੈਗਾ, ਉਹ ਸਿੰਪਲ ਆਨਸਰ ਹੈਗਾ ਕਿ ਤੁਸੀਂ ਉਸ ਆਥੋਰਾਈਜੇਸ਼ਨ ਲਈ ਅਪਲਾਈ ਕਰਨਾ ਹੈਗਾ। ਜਦੋਂ ਤੁਸੀਂ ਆਥੋਰਾਈਜੇਸ਼ਨ ਲਈ ਅਪਲਾਈ ਕਰੋਗੇ ਤਾਂ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਇੱਕ ਈਮੇਲ ਆਊਗੀ ਜਿਹਦੇ ਲਿਖਿਆ ਹੋਊਗਾ ਕਿ ਐਗਜ਼ੈਂਪਟ ਹੈਗੇ ਨੇ, ਤੁਸੀਂ ਉਹੀ ਚਿੱਠੀ ਉਹਨਾਂ ਨੂੰ ਦਿਖਾਉਣੀ ਹੈਗੀ ਹੈ। ਜਿੰਨਾ ਚਿਰ ਉਹ ਐਗਜ਼ੈਂਪਸ਼ਨ ਨਹੀਂ ਹੈਗਾ ਤੇ 에ਅਰਲਾਈਨ ਨਹੀਂ ਡਿਸਾਈਡ ਕਰ ਸਕਦੀ ਕਿ ਇਹ ਬੰਦਾ ਐਗਜ਼ੈਂਪਟ ਹੈ ਜਾਂ ਇਹ ਬੰਦਾ ਐਗਜ਼ੈਂਪਟ ਨਹੀਂ ਹੈ, ਕਿਉਂਕਿ ਉਹਨਾਂ ਨੂੰ $25,000 ਦੇ ਜੁਰਮਾਨੇ ਤੋਂ ਬਹੁਤ ਵੱਡਾ ਡਰ ਹੈ। ਉਹ ਕਿਸੇ ਕਿਸਮ ਦੀ ਚਿੱਠੀ ਦੇਖਣਾ ਚਾਹੁੰਦੇ ਨੇ। ਸੋ ਇਹ ਬਹੁਤ ਸਿੰਪਲ ਹੈਗਾ ਕਿ ਤੁਸੀਂ ਉਹਨੂੰ ਆਥੋਰਾਈਜੇਸ਼ਨ ਲਈ ਅਪਲਾਈ ਕਰੋ, ਤੁਹਾਨੂੰ ਲਿਖ ਕੇ ਆ ਜਾਊਗਾ, ਉਹੀ ਡਾਕੂਮੈਂਟ ਹੈ ਜਿਹੜਾ ਤੁਸੀਂ ਉਹ 에ਅਰਲਾਈਨ ਕੰਪਨੀ ਨੂੰ ਦੇਣਾ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਹਾਂ, ਇਹ ਡਿਲੇਮਾ ਨੂੰ ਕਲੀਅਰ ਕਰਨ ਲਈ ਇੱਕ ਆਰਡਰ ਇਨ ਕਾਉਂਸਲ ਪਾਸ ਕੀਤਾ ਜਾ ਸਕਦਾ ਸੀ, ਤੇ ਆਰਡਰ ਇਨ ਕਾਉਂਸਲ ਤੁਸੀਂ ਜਿਹੜਾ 에ਅਰਲਾਈਨ ਨੂੰ ਦਿਖਾ ਸਕਦੇ ਸੀ, ਪਰ ਸਰਕਾਰ ਐਡੇ ਛੋਟੇ ਮਾਮਲਿਆਂ ਤੇ ਕੰਮ ਨਹੀਂ ਕਰਦੀ। ਉਹਨਾਂ ਨੂੰ ਪਤਾ ਬਿਊਰੋਕ੍ਰੇਸੀ ਨੂੰ ਕਿ ਉਹ ਈਮੇਲ ਲਿਖੂਗਾ, ਆਪਾਂ ਲਿਖ ਕੇ ਭੇਜ ਦਾਂਗੇ ਤੇ ਉਹ 에ਅਰਲਾਈਨ ਨੂੰ ਦਿਖਾ ਦੂਗੀ। ਪਰ ਜਿਹੜਾ ਟੈਕਨੀਕਲੀ ਵੈਬਸਾਈਟ ਤੇ ਲਿਖਿਆ, ਉਹ ਲਿਖਿਆ ਕਿ ਇਹਨਾਂ ਨੂੰ ਲੋੜ ਨਹੀਂ ਹੈਗੀ ਹੈ, ਪਰ ਵੈਬਸਾਈਟ ਵਾਲੇ ਨੂੰ 에ਅਰਲਾਈਨ ਨਹੀਂ ਮੰਨਦੀ। ਉਸ ਡਿਲੇਮਾ ਨੂੰ ਓਵਰਕਮ ਕਰਨ ਲਈ ਇੱਕ ਈਮੇਲ ਕਰਨੀ ਹੈ ਜਿੱਥੇ ਉਹ ਲਿਖ ਕੇ ਆ ਜਾਊਗਾ ਕਿ ਐਗਜ਼ੈਂਪਸ਼ਨ ਚ ਨੇ, ਉਹੀ ਚਿੱਠੀ ਉਹਨਾਂ ਨੂੰ ਦਿਖਾ ਦੇਣੀ ਹੈ। ਬਿਲਕੁਲ ਜੀ ਸਰ, ਮੈਂ ਗੱਲ ਕਰ ਰਹੀ ਸੀ ਜਿਹੜੇ ਇਸ ਵਕਤ ਪੀਆਰ ਦੇ ਜੇ ਕੋਈ ਫਾਈਲ ਲਗਾਉਣਾ ਚਾਹੁੰਦਾ ਹੈ, ਐਲਐਮਆਈ ਬੇਸ ਜਿਵੇਂ ਪੀਆਰ ਕਿਸੇ ਨੇ ਲਗਾਈ ਹੈ, ਤੇ ਉਸ ਦੌਰਾਨ ਕੀ ਡਾਕੂਮੈਂਟਸ ਜਿਹੜੇ ਉਹਨਾਂ ਦੀ ਵੈਲਿਡਿਟੀ ਪੀਆਰ ਲਗਾਉਣ ਤੱਕ ਹੋਣੀ ਚਾਹੀਦੀ ਹੈ ਜਾਂ ਪੂਰੇ ਪ੍ਰੋਸੈਸ ਤੱਕ ਜਿਵੇਂ ਸਾਲ ਤੱਕ ਹੋਣੀ ਜ਼ਰੂਰੀ ਹੈ? ਨਹੀਂ ਤਰਨ, ਜਦੋਂ ਵੀ ਐਪਲੀਕੇਸ਼ਨ ਲਾਉਣੀ ਹੈ ਉਹ ਉਦੋਂ ਤੱਕ ਵੈਲਿਡ ਹੋਣੇ ਜ਼ਰੂਰੀ ਨੇ, ਕਿਉਂਕਿ ਤੁਹਾਨੂੰ ਪ੍ਰੈਜੁਡਿਸ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਚੀਜ਼ ਨਾਲ ਜਿਹੜੀ ਤੁਸੀਂ ਖੁਦ ਪ੍ਰੋਡਿਊਸ ਨਹੀਂ ਕਰਨੀ। तो वो जिन्ना देरी लग रही हो अपने करके नहीं लग रही हो, इमिग्रेशन महकमे करके लग रही है। तो जदों तक उस कागज़ की वैलिडिटी है वो तो पहलों तुसीं एप्लीकेशन फाइल करनी हैगी है। जदों एक बार एप्लीकेशन फाइल होगी तो वैलिडिटी का कोई मतलब नहीं रहिंदा, उन्होंने इंपलाइड स्टेटस मन्निया जाता, मतलब स्टेटस को मन्निया जाता। जो अर्जी लाने तो पहला उहदा स्टेटस सी उही अर्जी के फैसले तक उहदा स्टेटस है रहूगा। तो चाहे थोड़ा वो आईएलटीएस का रिजल्ट हैगा, चाहे वो एलएमआई दी वैलिडिटी है, चाहे वो पुलिस क्लीयरेंस दी वैलिडिटी है, वो तो खैर सर्टन टाइम बाद दोबारा तो मंग सकते हैं, मैडिकल भी मंग सकते हैं। पर जे उहदी वैलिडिटी दे दौरान आपां ला दिंदे आ ਤਾਂ ਫਿਰ ਉਹਦੀ ਕੋਈ ਜ਼ਰੂਰਤ ਨਹੀਂ ਰਹਿੰਦੀ ਹੈ। ਬਿਲਕੁਲ ਸਰ, ਇੱਕ ਮੈਂ ਕੁਐਸਚਨ ਹੋ ਰਿਹਾ ਕਿ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਕੁਝ ਪੇਪਰਸ ਦੀ ਜਿਹੜੀ ਆ ਉਹਨੂੰ ਛੋੜ ਦਿੱਤੀ ਗਈ ਹੈ, ਉਹ ਸੀਓਪੀਆਰ ਦੇ ਲਈ ਤੇ ਖਾਸ ਤੌਰ ਤੇ ਪੀਆਰਵੇ ਦੇ ਵਿੱਚ ਉਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਟਰੈਵਲ ਕਰ ਸਕਦੇ ਨੇ। ਇਹਦੇ ਬਾਰੇ ਗੱਲ ਕਰਾਂਗੇ, ਦਰਸ਼ਕ ਵੱਲੋਂ ਜੁੜ ਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਖਹਿਰਾ ਸਾਹਿਬ ਤੋਂ ਪੁੱਛਣਾ ਸੀ ਜੀ। ਜੀ ਸਰ, ਦੱਸੋ ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਬਰੈਂਪਟਨ ਤੋਂ ਬੋਲਦਾ ਜੀ, ਹਰਪਾਲ ਸਿੰਘ ਤੇਜਾ। ਜੀ ਤੇਜਾ ਜੀ, ਪੁੱਛੋ ਆਪਣਾ ਸਵਾਲ। ਮੇਰਾ ਸਵਾਲ ਇਹ ਹੈ ਜੀ, ਮੈਂ ਇੱਥੇ ਸੁਪਰਵੀਜ਼ਰ ਤੇ ਹਾਂ। ਜੀ ਹੈਲੋ ਜੀ ਜੀ ਸਰ, ਆਪਣਾ ਸਵਾਲ ਰੱਖੋ। ਹਾਂਜੀ ਹਾਂਜੀ, ਮੈਂ ਇੱਥੇ ਸੁਪਰਵੀਜ਼ਰ ਤੇ ਹਾਂ। ਮੇਰਾ ਬੇਟਾ ਇੱਥੇ ਮੈਨੂੰ ਮਤਲਬ PR ਵਾਸਤੇ ਸਪਾਂਸਰ ਕਰਨਾ ਚਾਹੁੰਦਾ ਹੈ। ਜੀ ਮੈਂ ਚਾਹੁੰਦਾ ਵੀ ਮਤਲਬ ਸਾਡੀ ਐਲੀਜੀਬਿਲਿਟੀ ਬਣ ਜਾਏ ਜਾਂ ਨਹੀਂ। ਉਹ 2017 ਦੇ ਵਿੱਚ ਆਇਆ ਜੀ ਇੱਥੇ, ਜੀ ਅਗਸਤ 2017। ਜੀ ਤੇ 17 ਦੇ ਵਿੱਚ ਉਹਦੀ ਇਨਕਮ ਉਨੀ ਨਹੀਂ ਬਣਦੀ ਸੀ ਜਿੰਨੀ ਮਤਲਬ ਲੋੜੀਂਦੀ ਹੈ ਪਰਿਵਾਰ ਵਾਸਤੇ। ਤੇ 18 19 ਤੇ ਹੁਣ ਜਿਹੜਾ 20 ਦਾ ਸਾਲ ਚੱਲ ਰਿਹਾ ਹੈ, ਇਹਦੇ ਨਾਲ 3 ਸਾਲ ਉਹਨਾਂ ਦੇ ਪੂਰੇ ਹੋ ਜਾਂਦੇ ਨੇ ਅਗਸਤ ਦੇ ਵਿੱਚ। ਜੀ ਤੇ ਮਤਲਬ ਇਹ ਪੁੱਛਣਾ ਚਾਹੁੰਦਾ ਮੈਂ ਵੀ ਕੀ ਉਹ ਮਤਲਬ ਅਗਸਤ ਲੰਘਣ ਤੋਂ ਬਾਅਦ ਅਪਲਾਈ ਕਰ ਸਕਦਾ ਜਾਂ ਦਸੰਬਰ ਤੱਕ ਉਡੀਕਣਾ ਪਊਗਾ? ਆਪਾਂ ਕੁਝ ਪੁੱਛਣਾ ਹੈ ਆਨਸਰ? ਨਹੀਂ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ हेलो, सत श्री अकाल जी। हाय, मैं क्वेश्चन करना चाहना। सत श्री अकाल जी, मैं क्वेश्चन करना चाहना जी। जी बिल्कुल सर, दसो। LMIA दी अप्रूवल ते हाँ जी, LMIA दी अप्रूवल आ गई है। बॉर्डर पे इस वक्त बंद ने ते विजिटर वीजे का जो टाइम है वो 1 महीना बकाया रह गया है। मैं सवाल करना चाहना कि विजिटर वीजा एक्सटेंशन जो अप्लाई करना पैना क्योंकि बॉर्डर बंद है, उस तो बाद असीं वर्क परमिट इत्थों फाइल कर सकते हैं क्योंकि असीं वर्क परमिट दे उत्ते हैं, विजिटर वीजे दे उत्ते हैं इस वक्त। जी सर, ਤੁਹਾਨੂੰ ਸਵਾਲ ਸਮਝ ਆ ਗਿਆ ਜੀ। ਬਿਲਕੁਲ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਮੇਰੇ ਸਵਾਲ ਸਮਝ ਨਹੀਂ ਆਇਆ। ਜੀ ਸਰ, ਪਹਿਲਾਂ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਕਾਲ ਕੀਤੀ ਸੀ। ਸੋ ਤੀਜਾ ਚੀਜ਼ ਹੈ ਜਿਹੜਾ ਸਵਾਲ ਸੀ ਕਿ ਉਹ ਕਦੋਂ ਅਪਲਾਈ ਕਰ ਸਕਦੇ ਨੇ, ਉਹ ਹਾਲੇ ਬਿਲਕੁਲ ਨਹੀਂ ਅਪਲਾਈ ਕਰ ਸਕਦੇ। ਹਾਲੇ ਕੋਈ ਵੀ ਨਹੀਂ ਅਪਲਾਈ ਕਰ ਸਕਦਾ ਜੀ, ਕਿਉਂਕਿ ਜਿਹੜਾ ਪੈਰੈਂਟਸ ਗ੍ਰੈਂਡ ਪੈਰੈਂਟਸ ਦਾ ਪਰਮਨੈਂਟ ਰੈਜ਼ੀਡੈਂਸ ਦਾ ਪ੍ਰੋਗਰਾਮ ਹੈ ਉਹ ਹਾਲੇ ਬੰਦ ਹੈਗਾ। ਉਹ 1 ਅਪ੍ਰੈਲ ਨੂੰ ਖੁੱਲ੍ਹਣਾ ਸੀਗਾ ਤੇ 1 ਅਪ੍ਰੈਲ ਨੂੰ ਅਨਾਊਂਸਮੈਂਟ ਨਹੀਂ ਕੀਤੀ ਗਈ। 1 ਅਪ੍ਰੈਲ ਨੂੰ ਇਹ ਅਨਾਊਂਸਮੈਂਟ ਕੀਤੀ ਜਾਣੀ ਸੀ ਕਿ ਉਹ ਅਰਜ਼ੀਆਂ ਕਿਵੇਂ ਤੇ ਕਿਸ ਤਰੀਕੇ ਨਾਲ ਲਈਆਂ ਜਾਣਗੀਆਂ, ਉਹਨੂੰ ਰੀਵੈਂਪ ਕਰਨਾ ਸੀ ਪ੍ਰੋਗਰਾਮ ਨੂੰ, ਪਰ ਉਹ ਹਾਲੇ ਨਹੀਂ ਹੈਗਾ। ਉਹ ਨਾ ਅਗਸਤ 'ਚ ਕਰ ਸਕਦੇ ਨੇ, ਨਾ ਉਹ ਦਸੰਬਰ 'ਚ ਕਰ ਸਕਦੇ ਨੇ। ਉਹ ਜਦੋਂ ਤੱਕ ਵੀ ਇਹ ਪ੍ਰੋਗਰਾਮ ਨਹੀਂ ਖੁੱਲੂਗਾ ਉਦੋਂ ਤੱਕ ਉਹ ਨਹੀਂ ਕਰ ਸਕਦੇ ਹੈਗੇ, ਚਾਹੇ ਉਹ ਐਲੀਜੀਬਲ ਵੀ ਹੁੰਦੇ ਤਾਂ ਵੀ ਨਹੀਂ ਕਰ ਸਕਦੇ। ਤੋ ਦੂਜਾ ਜਿਹੜਾ ਉਹਨਾਂ ਦਾ ਸਵਾਲ ਦਾ ਹਿੱਸਾ ਸੀ, ਉਹਦੀ ਇਨਕਮ ਅਗਸਤ 'ਚ ਪੂਰੀ ਹੋ ਜੂਗੀ ਤੇ ਉਸ ਤੋਂ ਬਾਅਦ ਫਿਰ ਉਹ ਅਪਲਾਈ ਕਰੂਗਾ। ਸੋ ਅਗਸਤ ਟੂ ਅਗਸਤ ਇਨਕਮ ਨਹੀਂ ਹੁੰਦੀ ਜੀ, ਪਿਛਲੇ 3 ਸਾਲ ਦੀ ਇਨਕਮ ਹੁੰਦੀ ਹੈ। ਤੋ ਜੇ 2021 'ਚ ਐਪਲੀਕੇਸ਼ਨਸ ਖੁੱਲ੍ਹਣਗੀਆਂ ਤਾਂ ਜਿਹੜੇ ਪਿਛਲੇ 3 ਸਾਲ ਦੀ ਐਪਲੀਕੇਸ਼ਨ ਦੇਖੀ ਜਾਣੀ ਉਹ 20, 18 ਤੇ 19 ਦੀ ਦੇਖੀ ਜਾਣੀ ਹੈ ਜੀ। ਤੋ ਇਹ 3 ਸਾਲ ਦੇ ਜਿਹੜਾ ਉਹ ਹੈਗਾ ਕਾਗਜ਼, ਉਹ ਨੋਟਿਸ ਆਫ ਅਸੈਸਮੈਂਟ ਹੈ। ਨੋਟਿਸ ਆਫ ਅਸੈਸਮੈਂਟ ਤਾਂ ਹੀ ਆਊਗਾ ਜੀ ਜੇ ਉਹ ਅਗਲੇ ਜਦੋਂ ਮਾਰਚ ਅਪ੍ਰੈਲ ਦੇ ਵਿੱਚੋਂ ਉਹਨਾਂ ਨੇ ਟੈਕਸ ਫਾਈਲ ਕਰਨਾ ਹੈ, ਉਸ ਤੋਂ ਬਾਅਦ ਉਹਨਾਂ ਨੂੰ ਨੋਟਿਸ ਆਫ ਅਸੈਸਮੈਂਟ ਹੈ ਜਿਹੜਾ ਆਉਣਾ ਹੈਗਾ। ਉਸ ਤੋਂ ਪਹਿਲਾਂ ਉਹਨਾਂ ਕੋਲ ਉਹ ਡਾਕੂਮੈਂਟ ਨਹੀਂ ਹੋਊਗਾ। ਸੋ ਜੇ ਪਹਿਲਾਂ ਵੀ ਉਹ ਐਲੀਜੀਬਲ ਹੋ ਵੀ ਜਾਂਦੇ ਆ ਤਾਂ ਵੀ ਉਹ ਅਪਲਾਈ ਨਹੀਂ ਕਰ ਸਕਦੇ ਬਿਨਾਂ ਨੋਟਿਸ ਆਫ ਅਸੈਸਮੈਂਟ ਦੇ। ਅਤੇ ਦੂਜਾ, ਬਹੁਤ ਸਾਰੇ ਲੋਕਾਂ ਦਾ ਇਹ ਭੁਲੇਖਾ ਹੈਗਾ ਤਰਨ ਕਿ ਉਹਨਾਂ ਕੋਲ ਇਨਕਮ ਹੋਣੀ ਚਾਹੀਦੀ ਹੈ, ਉਹ ਤਾਂ ਹੀ ਐਪਲੀਕੇਸ਼ਨ ਕਰ ਸਕਦੇ ਆ। ਇਹ ਕੋਈ ਜ਼ਰੂਰੀ ਨਹੀਂ ਹੈਗਾ। ਸੋ ਜੇ ਤੁਹਾਡੀ ਇਨਕਮ 000 ਵੀ ਹੈ ਪਿਛਲੇ 3 ਸਾਲਾਂ ਦੀ, ਤੁਸੀਂ ਤਾਂ ਵੀ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਦੇ ਹੈਗੇ ਹੋ। ਜੇ ਇਨਕਮ ਹੀ ਸਿਰਫ ਕ੍ਰਾਈਟੀਰੀਆ ਹੁੰਦਾ ਤਾਂ ਸੁਸਾਇਟੀ ਨੂੰ ਤਾਂ ਹੈਵਸ ਐਂਡ ਹੈਵ ਨਾਟਸ 'ਚ ਡਿਵਾਈਡ ਕਰ ਦੇਣਾ ਸੀ ਜੀ, ਵੰਡ ਦੇਣਾ ਸੀਗਾ ਕਿ ਅਮੀਰ ਲੋਕ ਆਪਦੇ ਮਾਪਿਆਂ ਨੂੰ ਬੁਲਾ ਸਕਣਗੇ ਤੇ ਗਰੀਬ ਲੋਕ ਆਪਦੇ ਮਾਪਿਆਂ ਨੂੰ ਨਹੀਂ ਬੁਲਾ ਸਕਣਗੇ। ਪਰ ਕੈਨੇਡਾ ਤਾਂ ਬਹੁਤ ਇਕੁਐਲਿਟੀ 'ਚ ਬਿਲੀਵ ਕਰਦਾ, ਇਹ ਤਾਂ ਪੋਸੀਬਿਲਿਟੀ ਨਹੀਂ ਹੋਊਗੀ। ਸੋ ਜੇ ਤੁਸੀਂ ਐਪਲੀਕੇਸ਼ਨ ਕਰਦੇ ਆ ਤੇ ਤੁਹਾਡੀ ਇਨਕਮ ਨਹੀਂ ਹੈਗੀ ਹੈ ਤਾਂ ਤੁਸੀਂ ਐਲੀਜੀਬਿਲਿਟੀ ਕ੍ਰਾਈਟੀਰੀਆ ਨਹੀਂ ਮੀਟ ਕਰਦੇ। ਜੇ ਨਹੀਂ ਮੀਟ ਕਰਦੇ ਤਾਂ ਉਹ ਤੁਹਾਡੀ ਐਪਲੀਕੇਸ਼ਨ ਨੂੰ ਹੈ ਜਿਹੜੀ ਉਹ ਰਿਫਿਊਜ਼ ਕਰ ਦੇਣਗੇ। ਉਸ ਤੋਂ ਬਾਅਦ ਜੋ ਵੀ ਨਾਰਮਲ ਪ੍ਰੋਸੈਸ ਆ ਉਹਦੇ ਵਿੱਚ ਉਹ ਨਵੀਂ ਦਿੱਲੀ ਚਲੀ ਜਾਊਗੀ। ਨਵੀਂ ਦਿੱਲੀ ਵਾਲੇ ਰਿਫਿਊਜ਼ ਕਰਨਗੇ। ਉਸ ਤੋਂ ਬਾਅਦ ਜਦੋਂ ਦਿੱਲੀ ਨੇ ਰਿਫਿਊਜ਼ ਕਰਤਾ, ਤੁਸੀਂ ਉਹਨੂੰ ਅਪੀਲ ਕਰ ਸਕਦੇ ਹੋ ਡਿਸੀਜ਼ਨ ਨੂੰ। ਜਦੋਂ ਅਸੀਂ ਅਪੀਲ ਕਰਦੇ ਹਾਂ ਤਾਂ ਜਿਹੜੇ ਸਾਲ 'ਚ ਵੀ ਅਪੀਲ ਸੁਣਵਾਈ ਜਾਂਦੀ ਹੈ ਉਹ ਤੋਂ ਪਿਛਲੇ 3 ਸਾਲ ਦੀ ਇਨਕਮ ਦੇਖੀ ਜਾਂਦੀ ਹੈ। ਜੇ ਤਾਂ ਤੁਸੀਂ ਉਦੋਂ ਵੀ ਇਨਕਮ ਮੀਟ ਕਰਦੇ ਹੋ, ਪਹਿਲਾਂ ਚਾਹੇ ਬਿਲਕੁਲ ਵੀ ਬਣਾਉਂਦੇ ਨਹੀਂ ਸੀ, ਤਾਂ ਵੀ ਤੁਹਾਡਾ ਕੇਸ ਆ ਮਨਜ਼ੂਰ ਹੋ ਜਾਂਦਾ ਹੈ। ਜੇ ਤੁਸੀਂ ਉਸ ਸਮੇਂ ਵੀ ਇਨਕਮ ਨਹੀਂ ਮੀਟ ਕਰਦੇ ਤੇ ਇਨਸਾਨੀ ਤਰਸ ਦਾ ਜਿਹੜਾ ਆਧਾਰ ਹੈ, ਜੋ ਬਹੁਤ ਹਾਈ ਕੰਪੈਸ਼ਨ ਹੈਗਾ, ਜਿਹ 'ਚ ਬੈਲੈਂਸ ਆਫ ਫੈਮਿਲੀ, ਪੈਰੈਂਟਸ ਦੀ ਏਜ, ਬਾਕੀ ਪਰਿਵਾਰ ਕਿੱਥੇ ਰਹਿੰਦਾ ਹੈ, ਬੈਸਟ ਇੰਟਰਸਟ ਆਫ ਚਿਲਡਰਨ ਕੀ ਹੈ, ਉਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਜਾਂਦੀਆਂ ਨੇ, ਤਾਂ ਵੀ ਜੱਜ ਹੈ ਜਿਹੜਾ ਤੁਹਾਡੇ ਕੇਸ ਨੂੰ ਮਨਜ਼ੂਰ ਕਰ ਦਿੰਦਾ, ਚਾਹੇ ਤੁਸੀਂ ਬਿਲਕੁਲ ਵੀ ਇਨਕਮ ਨਹੀਂ ਬਣਾਉਂਦੇ ਹੈਗੇ ਹੋ। ਸੋ ਇਨਕਮ ਸਿਰਫ ਇੱਕ ਕ੍ਰਾਈਟੀਰੀਆ ਨਹੀਂ ਹੈਗਾ, ਇਹ ਵਨ ਆਫ ਦਾ ਕ੍ਰਾਈਟੀਰੀਆ ਹੈਗਾ। ਇਹ ਬਹੁਤ ਸਾਰੇ ਕ੍ਰਾਈਟੀਰੀਆ 'ਚੋਂ ਇੱਕ ਕ੍ਰਾਈਟੀਰੀਆ, ਸਿਰਫ ਇੱਕ ਕ੍ਰਾਈਟੀਰੀਆ
ਨਹੀਂ ਹੈਗਾ ਜੀ ਇੱਕ ਕਾਲਰ ਸਾਡੇ ਜੀ, ਜੁੜ ਗਏ ਨੇ, ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਮੇਰਾ ਭਾਜੀ ਨੂੰ ਕੁਐਸਚਨ ਸੀਗਾ ਵਿਜ਼ਟਰ ਵੀਜ਼ਾ ਰਿਗਾਰਡਿੰਗ। ਜੀ ਮੇਰੇ ਵਾਈਫ ਨੇ ਪ੍ਰੈਗਨੈਂਸੀ ਤੇ ਮਾਰਚ ਦੇ ਵਿੱਚ ਡਾਕਟਰ ਤੋਂ ਲੈਟਰ ਲੈ ਲਈ ਸੀ ਵਿਜ਼ਟਰ ਵੀਜ਼ੇ ਵਾਸਤੇ, ਉਹਨਾਂ ਦੇ ਸਿਸਟਰ ਨੂੰ ਬਣਾਉਣ ਵਾਸਤੇ ਇੰਡੀਆ ਤੋਂ। ਬਟ ਮਾਰਚ ਦੇ ਵਿੱਚ ਫਿਰ ਕੋਵਿਡ ਆ ਗਿਆ ਤੇ ਸਾਰਾ ਕੁਝ ਕੈਂਸਲ ਹੋ ਗਿਆ। ਹੁਣ ਬੇਬੀ ਡਿਲੀਵਰ ਹੋ ਗਿਆ ਤੇ ਹੁਣ ਕੁਝ ਚਾਂਸਿਸ ਹੈਗੇ ਜੀ ਫਿਊਚਰ ਦੇ ਵਿੱਚ ਦੁਬਾਰਾ ਲੈਟਰ ਲੈ ਕੇ ਜੋ ਵਿਜ਼ਟਰ ਵੀਜ਼ਾ ਲਵਾਉਣਾ ਚਾਹੁੰਦੇ ਹੁਣ ਅਸੀਂ? ਤੇ ਮੇਰਾ ਇਹ ਕੁਐਸਚਨ ਸੀਗਾ ਤੇ ਜੇ ਕਦ ਤੱਕ ਖੁੱਲਣਗੇ, ਜੇ ਖੁੱਲਣਗੇ ਵੀਜ਼ੇ? ਜੀ ਸਰ, ਤੁਸੀਂ ਕੁਝ ਪੁੱਛਣਾ ਜਾਂ ਆਪਾਂ ਆਨਸਰ ਦੇਈਏ? ਨਹੀਂ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਸਰ ਜਿਨ੍ਹਾਂ ਨੇ LMI ਦੇ ਬਾਰੇ ਵਿੱਚ ਗੱਲ ਕੀਤੀ ਸੀ, ਮੇਰੇ ਖਿਆਲ 'ਚ ਉਹ ਵਿਜ਼ਟਰ ਵੀਜ਼ਾ ਹਾਂਜੀ ਬਿਲਕੁਲ ਜੀ। ਤੋ ਜਿਹੜੇ ਵਿਜ਼ਿਟਰ ਨੇ ਜੀ ਉਹਨਾਂ ਲਈ ਉਹਨਾਂ ਨੇ ਆਖਿਆ ਕਿ ਬਾਰਡਰ ਬੰਦ ਹੈਗੇ ਆ। ਓਨਟਾਰੀਓ ਦੇ ਜਿਹੜੇ ਸਰ 1 ਮਿੰਟ ਲਈ ਪਲੀਜ਼ ਹੋਲਡ ਕਰਿਓ। ਖੈਰਾ ਜੀ ਇੱਕ ਰਿਪਲਾਈ ਕਰ ਰਹੇ ਨੇ, ਇਸ ਤੋਂ ਬਾਅਦ ਤੁਹਾਡੀ ਕਾਲ ਲੈ ਰਹੇ ਹਾਂ। 1 ਮਿੰਟ ਲਈ ਹੋਲਡ ਕਰਿਓ। ਓਨਟਾਰੀਓ ਦੇ 3 ਬਾਰਡਰ ਅਤੇ ਕਬੈਕ ਦੇ 2 ਬਾਰਡਰ ਖੁੱਲੇ ਹੈਗੇ ਨੇ ਜੀ, ਜਿਹੜੇ ਮੰਗਲਵਾਰ, ਬੁੱਧਵਾਰ, ਵੀਰਵਾਰ ਨੂੰ 8 ਵਜੇ ਤੋਂ ਰਾਤ ਨੂੰ 12 ਵਜੇ ਤੱਕ ਖੁੱਲ੍ਹਦੇ ਨੇ। ਉਹ ਇਸੇ ਪਰਪਸ ਲਈ ਨੇ ਤਾਂ ਕਿ ਲੋਕ ਆਪਦਾ ਵਰਕ ਪਰਮਿਟ ਲੈ ਸਕਣ ਜੀ। ਤੇ ਦੂਜਾ ਜਿਹੜਾ ਉਹਨੇ ਸਵਾਲ ਕੀਤਾ ਸੀ, ਹਿੱਸਾ ਇਹ ਸੀਗਾ ਕਿ ਉਹਨਾਂ ਦਾ ਵਿਜ਼ਟਰ ਵੀਜ਼ਾ ਖਤਮ ਹੋਣ ਵਾਲਾ ਹੈਗਾ, ਤੇ ਉਹਨਾਂ ਮਹੀਨਾ ਬਚਦਾ ਹੈਗਾ। ਸੋ ਜੇ ਮਹੀਨਾ ਬਚਦਾ ਟੈਕਨੀਕਲੀ ਉਹ ਬਾਰਡਰ ਤੇ ਨਹੀਂ ਜਾ ਸਕਣਗੇ ਕਿਉਂਕਿ ਉਹਨਾਂ ਦਾ ਸਟੇਟਸ ਨਹੀਂ ਹੋਊਗਾ। ਸੋ ਨਾ ਐਕਸਟੈਂਸ਼ਨ ਲਈ ਐਪਲੀਕੇਸ਼ਨ ਕਰਨ, ਉਹ ਤੋਂ ਬਾਅਦ ਉਹਨੂੰ ਵਿਜ਼ਟਰ ਪਰਮਿਟ ਆ ਜਾਊਗਾ। ਜਦੋਂ ਪਰਮਿਟ ਆ ਗਿਆ ਉਹ ਬਾਰਡਰ ਤੇ ਜਾ ਕੇ ਆਪਦਾ ਪਰਮਿਟ ਜਿਹੜਾ ਵਰਕ ਪਰਮਿਟ ਉਹ ਲੈ ਸਕਣਗੇ। ਠੀਕ, ਦਰਸ਼ਕ ਜੁੜ ਗਏ ਨੇ ਹੋਰ। ਹੈਲੋ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਪਾਊਸ ਦਾ ਅਪਲਾਈ ਕੀਤਾ ਸੀ ਜਦੋਂ ਕੈਨੇਡਾ ਤੋਂ, ਤੇ ਮੈਰਿਜ ਹੋਈ ਸੀਗੀ ਜਨਵਰੀ 'ਚ ਤੇ ਮਈ ਦੇ ਵਿੱਚ 25 ਮਈ ਨੂੰ ਅਪਲਾਈ ਕੀਤਾ। ਸਪਾਊਸ ਦਾ ਕੋਈ ਟਰੈਕ ਨੰਬਰ ਨਹੀਂ ਲੱਗਿਆ ਜਾਂ ਕੀ ਪ੍ਰੋਸੀਜਰ ਹੈ, ਕਿੰਨਾ ਕੁ ਟਾਈਮ ਲੱਗੂਗਾ ਜਾਂ ਇਹਦੇ ਬਾਰੇ? 25 ਨਵੰਬਰ 2020 ਨੂੰ ਜੀ। 2020 ਹਾਂਜੀ ਹਾਂਜੀ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਇਸ ਤੋਂ ਪਹਿਲਾਂ ਜਿਨ੍ਹਾਂ ਨੇ ਵੀਜ਼ਾ ਦੇ ਬਾਰੇ ਗੱਲ ਕੀਤੀ ਸੀ ਕਿ ਵਾਈਫ ਦੀ ਪ੍ਰੈਗਨੈਂਸੀ ਦੌਰਾਨ ਉਹਨਾਂ ਨੇ ਆਪਣੀ ਸਿਸਟਰ ਇਨ ਲਾਅ ਦਾ ਕੀਤਾ ਸੀ ਜੀ। ਸੋ ਜਿਹੜੀ ਐਪਲੀਕੇਸ਼ਨਸ ਨੇ ਉਹ 9 ਜੂਨ ਤੋਂ ਖੁੱਲ੍ਹ ਚੁੱਕੀਆਂ ਨੇ ਜੀ, ਤੇ 9 ਜੂਨ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ। ਤੇ 1 ਜੁਲਾਈ ਤੋਂ ਪ੍ਰੋਸੈਸ ਕਰਨੀਆਂ ਵੀ ਸ਼ੁਰੂ ਕਰਤੀਆਂ ਨੇ ਉਹਨਾਂ ਨੇ। ਤੇ ਉਹ ਡਾਕਟਰ ਤੋਂ ਚਿੱਠੀ ਲੈ ਕੇ ਉਹਨੂੰ ਅਪਲਾਈ ਕਰ ਸਕਦੇ, ਜ਼ਰੂਰ ਕਰ ਸਕਦੇ ਹਾਂ ਜੀ। ਡਾਕਟਰ ਦੀ ਚਿੱਠੀ ਦੀ ਇੰਨੀ ਮਹੱਤਤਾ ਨਹੀਂ ਹੈਗੀ ਹੈ। ਮਹੱਤਤਾ ਇਹ ਗੱਲ ਦੀ ਹੈ ਕਿ ਜਿਹੜਾ ਆਉਣ ਵਾਲਾ ਹੈ ਉਹਨੇ ਪ੍ਰੂਵ ਕਰਨਾ ਹੈ ਕਿ ਉਹ ਵਾਪਸ ਜਾਊਗਾ ਕਿ ਨਹੀਂ ਜਾਊਗਾ। ਸੋ ਇਹ ਜੇ ਉਹ ਜਿਹੜਾ ਇੰਡੀਵਿਜੂਅਲ ਆ ਉਹਦੇ ਬੈਂਕ 'ਚੋਂ ਪੈਸੇ ਹੈਗੇ ਨੇ, ਉਹ ਉੱਥੇ ਕੋਈ ਕਾਰੋਬਾਰ ਕਰਦਾ, ਉਹਦਾ ਉੱਥੇ ਪਰਿਵਾਰ ਹੈਗਾ, ਫਿਰ ਉਹਨੂੰ ਜ਼ਰੂਰ ਵੀਜ਼ਾ ਮਿਲ ਸਕਦਾ। ਪਰ ਇਹ ਨਹੀਂ ਕਿ ਡਾਕਟਰ ਨੇ ਚਿੱਠੀ ਲਿਖ ਕੇ ਦੇਤੀ ਤੇ ਉਹ ਵੀਜ਼ਾ ਲਈ ਇਨਫ ਹੈ। ਉਹ ਇੱਕ ਕਾਰਨ ਹੈਗਾ। ਪਰ ਜਿਹੜਾ ਮੈਜੋਰਿਟੀ ਸੈਕਸ਼ਨ 179 ਦੀਆਂ ਰਿਕੁਆਇਰਮੈਂਟਸ ਨੇ ਉਹ ਇਹ ਹੈਗੀਆਂ ਨੇ ਕਿ ਜਿਹੜਾ ਇੰਡੀਵਿਜੂਅਲ ਹੈ ਉਹਦਾ ਪਰਪਸ ਆਫ ਵਿਜ਼ਿਟ ਕੀ ਹੈ, ਉਹਦੀ ਫਾਈਨੈਂਸ਼ੀਅਲ ਐਬਿਲਿਟੀ ਕੀ ਹੈ, ਤੇ ਕਿ ਉਹ ਵਾਪਸ ਜਾਊਗਾ ਕਿ ਨਹੀਂ ਜਾਊਗਾ। ਇਹਨਾਂ ਕ੍ਰਾਈਟੇਰੀਆ ਕਰਕੇ ਉਹਨੂੰ ਵੀਜ਼ਾ ਮਿਲਣਾ ਹੈਗਾ ਜੀ। ਬਿਲਕੁਲ। ਤੇ ਸਰ ਇਸ ਤੋਂ ਬਾਅਦ ਨੈਕਸਟ ਇਹਨਾਂ ਦਾ ਸੀ ਸਪਾਊਸ ਵੀਜ਼ਾ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਸੀ ਕਿ ਅਪਲਾਈ ਕੀਤਾ ਹੋਇਆ? ਹਾਂਜੀ, ਤਾਂ ਉਹਨਾਂ ਕਿਹਾ ਕਿ ਮਈ ਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ ਤੇ ਹਾਲੇ ਤੱਕ ਕੋਈ ਟਰੈਕਿੰਗ ਨੰਬਰ ਨਹੀਂ ਆਇਆ। ਜਿਹੜਾ ਮਈ ਦੇ ਵਿੱਚੋਂ ਐਪਲੀਕੇਸ਼ਨਸ ਕੀਤੀਆਂ ਨੇ ਜੀ, ਹਾਲੇ ਕਿਉਂਕਿ ਪਹਿਲਾਂ ਹੀ ਪ੍ਰੋਸੈਸ ਹੈ ਜਿਹੜਾ ਉਹ ਬਹੁਤ ਬੈਕਲੌਗਡ ਹੈਗਾ। ਤੇ ਸਟਾਫ ਵੀ ਉਹਨਾਂ ਦਾ ਮਿਨੀਮਮ ਜਿਹੜਾ ਕਪੈਸਿਟੀ 'ਤੇ ਕੰਮ ਕਰ ਰਿਹਾ ਹੈ। ਤੇ ਦੂਜਾ ਕਿਉਂਕਿ ਇਹ ਪੇਪਰ ਐਪਲੀਕੇਸ਼ਨਸ ਨੇ, ਦੂਜੇ ਦਫ਼ਤਰਾਂ ਨੂੰ ਨਹੀਂ ਭੇਜੀਆਂ ਜਾ ਸਕਦੀਆਂ, ਇੱਕੋ ਹੀ ਦਫ਼ਤਰ ਜਾਣੀਆਂ ਨੇ। ਤੋ ਜਿੰਨੇ ਕੁ ਲੋਕ ਉੱਥੇ ਕੰਮ ਕਰਨਗੇ ਉਹਦੇ ਹਿਸਾਬ ਨਾਲ ਉਹ ਪ੍ਰੋਸੈਸ ਹੋ ਰਿਹਾ ਹੈਗਾ। ਬਾਕੀ ਜਿਹੜੀ ਤੁਹਾਡੀ ਡਾਕ ਕੰਪਨੀ ਹੈ, ਡਾਕ ਕੰਪਨੀ ਨੇ ਜਿਹੜਾ ਕੋਰੀਅਰ ਕੰਪਨੀ ਹੈ ਜਿਹਨੇ ਵੀ ਉਹ ਪੈਕਟ ਉੱਥੇ ਪਹੁੰਚਾਇਆ ਹੈਗਾ, ਤੇ ਜੇ ਉਹਨਾਂ ਕੋਲ ਕਨਫਰਮੇਸ਼ਨ ਹੈਗਾ ਕਿ ਤੁਹਾਡੀ ਐਪਲੀਕੇਸ਼ਨ ਮਿਲ ਚੁੱਕੀ ਹੈ ਤਾਂ ਤੁਸੀਂ ਰੈਸਟ ਅਸ਼ੋਰਡ ਰਹੋ ਕਿ ਹਾਂਜੀ ਉਹ ਐਪਲੀਕੇਸ਼ਨ ਮਿਲ ਚੁੱਕੀ ਹੈ। ਤੇ ਥੋੜ੍ਹੇ ਸਮੇਂ ਬਾਅਦ ਤੁਹਾਨੂੰ ਉਹ ਪ੍ਰੋਸੈਸ ਦੇ ਵਿੱਚੋਂ ਵੀ ਦਿਖਾਈ ਦੇਣੀ ਸ਼ੁਰੂ ਹੈ ਜਿਹੜੀ ਉਹ ਹੋ ਜੂਗੀ। ਤੇ ਪਰ ਜੇ ਤੁਹਾਡੀ ਕੋਰੀਅਰ ਕੰਪਨੀ ਨੇ ਇਹੀ ਨਹੀਂ ਕਨਫਰਮ ਕਰਿਆ ਕਿ ਉੱਥੇ ਨਹੀਂ ਮਿਲੀ ਤੇ ਫਿਰ ਸ਼ਾਇਦ ਉਹ ਨਹੀਂ ਪਹੁੰਚੀ ਹੈਗੀ। ਬਿਲਕੁਲ। ਤਾਂ ਵੈਸੇ ਕੈਨੇਡੀਅਨ ਇਮੀਗ੍ਰੇਸ਼ਨ ਵਾਲੇ ਜਿਹੜੇ ਡਿਪਾਰਟਮੈਂਟ ਵਾਲੇ ਆ ਉਹ ਵਰਕ ਫਰੋਮ ਹੋਮ ਕਰ ਰਹੇ ਨੇ? ਹਾਂਜੀ, ਇਸੇ ਕਰਕੇ ਤਰਨ ਜਿਹੜੀਆਂ ਉਹਨਾਂ ਨੇ ਇਨਕਰੇਜਮੈਂਟ ਕਰ ਰਹੇ ਨੇ ਕਿ ਬਹੁਤੀਆਂ ਐਪਲੀਕੇਸ਼ਨਸ ਆਨਲਾਈਨ ਕਰਨ, ਕਿਉਂਕਿ ਇਹਦੇ ਲਈ ਜਿਹੜਾ ਸੈਕਸ਼ਨ 9 ਹੈਗਾ ਉਹਦੇ 'ਚ ਵੀ ਤਬਦੀਲੀ ਕੀਤੀ ਗਈ ਹੈਗੀ ਹੈ। ਉਹਦੇ ਵਿੱਚੋਂ ਜਿਹੜੇ ਕੋਈ ਵਿਜ਼ਟਰ ਐਕਸਟੈਂਸ਼ਨਸ ਨੇ ਜਾਂ ਫਿਰ ਕੋਈ ਇੱਥੇ ਇੱਕ ਸਟੱਡੀ ਪਰਮਿਟ ਐਕਸਟੈਂਡ ਕਰਾਉਣ ਵਾਲਾ ਹੈ ਜਾਂ ਇੱਥੇ ਕੋਈ ਵਰਕ ਪਰਮਿਟ ਐਕਸਟੈਂਡ ਕਰਾਉਣ ਵਾਲਾ, ਉਹਨਾਂ ਨੂੰ ਇਨਕਰੇਜ ਕੀਤਾ ਜਾ ਰਿਹਾ ਕਿ ਉਹ ਆਨਲਾਈਨ ਐਪਲੀਕੇਸ਼ਨਸ ਕਰਨ। ਤੇ ਆਨਲਾਈਨ ਐਪਲੀਕੇਸ਼ਨ ਜਦੋਂ ਕਰਦੇ ਆ ਤਾਂ ਉਹ ਕੋਈ ਵੀ ਕੰਪਿਊਟਰ 'ਤੇ ਹੀ ਦਿਸਦੀ ਹੈ, ਉਹ ਕਿਸੇ ਵੀ ਬੰਦੇ ਨੂੰ ਜਿਹੜਾ ਕਿਤੇ ਵੀ ਬੈਠਾ ਹੈ ਉਹ ਦੇ ਸਕਦੇ ਨੇ। ਤੇ ਦੂਜੇ ਕਈ ਥਾਵੇਂ ਕੰਮ ਵੱਧ ਹੈ, ਕਈ ਥਾਵੇਂ ਕੰਮ ਘੱਟ ਹੈ, ਤਾਂ ਉਹ ਸਟਾਫ ਨੂੰ ਉਸੇ ਤਰੀਕੇ ਨਾਲ ਐਲੋਕੇਟ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ। ਪਰ ਜਿੱਥੇ ਸਪੈਸੀਫਿਕਲੀ ਪੇਪਰ ਐਪਲੀਕੇਸ਼ਨ ਹੈ ਤਾਂ ਉਹ ਦਫ਼ਤਰ ਦੇ ਵਿੱਚ ਤਾਂ ਲੋਕਾਂ ਦਾ ਕੰਮ ਕਰਨਾ ਜ਼ਰੂਰੀ ਹੈਗਾ, ਉੱਥੇ ਕਰ ਸਕਦੇ ਨੇ। ਹਾਂਜੀ ਬਿਲਕੁਲ, ਵਰਕ ਫਰੋਮ ਹੋਮ ਹੈ ਜਿਹੜਾ ਉਹ ਕਰ ਰਹੇ ਨੇ। ਤੇ ਦੂਜਾ ਸਿਮਿਲਰਲੀ LMIA ਦੇ ਉੱਤੇ ਵੀ ਵਰਕ ਫਰੋਮ ਹੋਮ ਜਿਹੜੀਆਂ ਕਰ ਰਹੇ ਨੇ, ਕਿਉਂਕਿ ਉਹਨਾਂ ਕੋਲ ਸਿਸਟਮ ਹੈਗਾ ਜਿੱਥੇ ਲੋਕਾਂ ਨੂੰ ਕੰਮ ਕੀਤਾ ਜਾ ਰਿਹਾ। ਪਰ ਇਹਦੇ ਨਾਲ ਨਾਲ ਐਗਜ਼ੈਂਪਸ਼ਨ ਵੀ ਦਿੱਤੀ ਗਈ ਹੈ ਤਰਨ, ਜਿਹੜੇ ਕਿ LMIA ਐਗਜ਼ੈਂਪਟ ਕੈਟਾਗਰੀਜ਼ ਨੇ ਜਿੱਥੇ ਕਿ ਉਹ ਪੇਪਰ ਐਪਲੀਕੇਸ਼ਨ ਕਰ ਸਕਦੇ ਨੇ। ਹੁਣ ਕਈ ਇਹੋ ਜਿਹੇ ਕੈਟਾਗਰੀਜ਼ ਨੇ
ਜਿੱਥੇ ਤੁਸੀਂ ਆਨਲਾਈਨ ਐਪਲੀਕੇਸ਼ਨ ਕਰਦੇ ਹੋ ਉੱਥੇ ਇਨਫ ਜਗ੍ਹਾ ਹੀ ਨਹੀਂ ਹੈਗੀ ਕਿ ਤੁਸੀਂ ਉਹ ਸਾਰੇ ਸਬੂਤ ਦੇ ਸਕੋ। ਜਿਵੇਂ ਕੋਈ ਵਰਕਰ ਹੈ ਉਹਨੇ ਆਪਣੇ ਸਪਾਊਸ ਨੂੰ ਬੁਲਾਉਣਾ ਹੈ ਤਾਂ ਉਹਨੇ ਰਿਲੇਸ਼ਨਸ਼ਿਪ ਕਾਗਜ਼ ਵੀ ਦੇਣੇ ਆ, ਪਰ ਉੱਥੇ ਇੰਨੀ ਜਗ੍ਹਾ ਨਹੀਂ। ਕੋਈ ਸਟੂਡੈਂਟ ਹੈ ਉਹਨੇ ਆਪਣੇ ਸਪਾਊਸ ਨੂੰ ਬੁਲਾਉਣਾ ਹੈ ਤਾਂ ਜੇ ਉਹ ਪੇਪਰ ਐਪਲੀਕੇਸ਼ਨ ਕਰਦਾ ਤਾਂ ਉਨੀ ਤਾਂ ਜਗ੍ਹਾ ਹੀ ਨਹੀਂ, ਸੌਰੀ ਆਨਲਾਈਨ ਐਪਲੀਕੇਸ਼ਨ 'ਚ ਉਹਨਾਂ ਸਪੇਸ ਹੀ ਨਹੀਂ ਕਿ ਉਹ ਸਾਰੀਆਂ ਚੀਜ਼ਾਂ ਕਰ ਦੇਣ। ਸੋ ਇਸੇ ਕਰਕੇ ਉੱਥੇ ਐਗਜ਼ੈਂਪਸ਼ਨ ਵੀ ਦਿੱਤੀ ਗਈ ਹੈ, ਉਹ ਪੇਪਰ ਐਪਲੀਕੇਸ਼ਨ ਵੀ ਕਰ ਸਕਦੇ ਜੀ ਬਿਲਕੁਲ। ਤੇ ਸਰ ਮੈਂ ਪੁੱਛ ਰਹੀ ਸੀ ਕਿ ਲਾਸਟ ਇਹ ਇਸ ਵਕਤ ਮੈਂ ਵੀ ਇਹ ਪੜ੍ਹੀ ਸੀ, ਜਿਵੇਂ ਕਿ ਲਾਸਟ ਟਾਈਮ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਕੁਝ ਨਿਊਜ਼ ਪੋਰਟਲਸ ਤੋਂ ਮੈਂ ਦੇਖਦੀ ਹੁੰਦੀ ਹਾਂ, ਉੱਥੇ ਕਿਹਾ ਗਿਆ ਸੀ ਕਿ ਹੋਲਡਰਸ ਆਫ ਐਕਸਪਾਇਰਡ COPR ਐਂਡ PRV ਮੇ ਟਰੈਵਲ ਟੂ ਕੈਨੇਡਾ। ਜਿਹੜਾ ਇਹ ਬਲੌਗ ਰਾਈਟਰਸ ਨੇ ਨਾ ਤਾਂ ਇਹ ਕੁਛ ਵੀ ਆਪਣੀ ਮਰਜ਼ੀ ਨਾਲ ਲਿਖ ਦਿੰਦੇ ਨੇ, ਪਰ ਜਿਹੜੇ ਆਰਡਰਸ ਨੇ ਆਲਵੇਜ਼ ਕਮ ਫਰਮ ਦਾ ਗਵਰਨਮੈਂਟ ਔਰ ਦੇ ਡਿਪਾਰਟਮੈਂਟ। ਸੋ ਇਹ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ ਜਿਹੜੀਆਂ ਹੁਣ ਵੀ 31 ਤੱਕ ਵਧਾਈਆਂ ਗਈਆਂ ਨੇ, ਉਹਦੇ 'ਚ ਕਿਤੇ ਵੀ ਇਹ ਮੈਂਸ਼ਨਡ ਨਹੀਂ ਹੈਗਾ। ਉਹ 'ਚ ਜਿਹਨਾਂ ਨੂੰ 18 ਤੋਂ ਪਹਿਲਾਂ ਮਿਲਿਆ ਉਹੀ ਆ ਸਕਦੇ ਨੇ। ਹਾਂਜੀ, ਇਹ ਛੋਟ ਜ਼ਰੂਰ ਦਿੱਤੀ ਗਈ ਹੈ, ਸ਼ੁਰੂਆਤ 'ਚ ਦਿੱਤੀ ਗਈ ਸੀ ਕਿ ਜਿਹਨਾਂ ਦਾ ਵੀ ਐਕਸਪਾਇਰ ਹੋ ਜਾਊਗਾ ਇਸ ਸਮੇਂ ਦੌਰਾਨ ਤਾਂ ਉਹ ਇਮੀਗ੍ਰੇਸ਼ਨ ਮਹਿਕਮੇ ਨੂੰ ਇਨਫੋਰਮ ਕਰ ਦੇਣ। ਜਦੋਂ ਟਰੈਵਲ ਰਿਸਟ੍ਰਿਕਸ਼ਨ ਖੁੱਲਣਗੀਆਂ ਤਾਂ ਉਹਨਾਂ ਨੂੰ ਦੁਬਾਰੇ ਅਰਜ਼ੀ ਕਰਨ ਦੀ ਲੋੜ ਨਹੀਂ, ਉਹ ਉਸੇ ਚੀਜ਼ ਨੂੰ ਪ੍ਰੋਸੈਸ ਹੈ ਜਿਹੜਾ ਉਹ ਕਰ ਦੇਣਗੇ। ਤੇ ਦੂਜਾ, ਜੇ ਉਹਨੂੰ ਐਕਸਪਾਇਰ ਹੋਏ ਨੂੰ 90 ਦਿਨਾਂ ਤੋਂ ਜ਼ਿਆਦਾ ਗੁਜ਼ਰ ਗਏ ਨੇ ਤਾਂ ਸ਼ਾਇਦ ਉਹਨਾਂ ਨੂੰ ਮੈਡੀਕਲ ਪੁਲਿਸ ਕਲੀਅਰੈਂਸ ਦੀ ਦੁਬਾਰੇ ਜ਼ਰੂਰਤ ਹੋ ਸਕਦੀ ਹੈ। ਤਾਂ ਉਹ ਹਾਲੇ ਜਦੋਂ ਤੱਕ ਟਰੈਵਲ ਰਿਸਟ੍ਰਿਕਸ਼ਨਸ ਨਹੀਂ ਖੁੱਲਦੀਆਂ ਉਦੋਂ ਤੱਕ ਉਹ ਮਾਮਲਿਆਂ ਤੇ ਕੋਈ ਵੀ ਵਿਚਾਰ ਹੈ ਜਿਹੜੀ ਉਹ ਨਹੀਂ ਹੋਵੇ। ਸਰ ਇੱਕ ਵੀਵਰ ਨੇ ਸਾਡੇ ਉਹਨਾਂ ਨੇ ਮੈਸੇਜ ਕੀਤਾ ਹੈ ਕਿ ਉਹਨਾਂ ਦਾ ਵਿਜ਼ਟਰ ਵੀਜ਼ਾ 1 ਮੰਥ ਰਹਿ ਗਿਆ ਐਕਸਪਾਇਰ ਹੋਣ ਨੂੰ, ਤੇ ਐਕਸਟੈਂਸ਼ਨ ਲਈ ਕਿੰਨੇ ਦਿਨ ਪਹਿਲਾਂ ਅਪਲਾਈ ਕਰ ਸਕਦੇ ਨੇ? ਉਹ ਕੈਨੇਡਾ ਦੇ ਵਿੱਚ ਨੇ ਜੀ। ਹਾਂਜੀ, ਜੇ ਉਹ 1 ਦਿਨ ਪਹਿਲਾਂ ਵੀ ਕਰ ਸਕਦੇ ਆ। ਤੇ ਦੂਜਾ, ਫਿਕਰ ਕਰਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਜੀ। 14 ਜੁਲਾਈ 2020 ਨੂੰ ਇੱਕ ਜਨਰਲ ਆਰਡਰ ਪਾਸ ਕਰਕੇ ਗਵਰਨਮੈਂਟ ਨੇ ਉਹਨਾਂ ਲੋਕਾਂ ਨੂੰ ਛੋਟ ਦੇ ਦਿੱਤੀ ਹੈ ਕਿ ਜਿਨ੍ਹਾਂ ਦੇ 30 ਜਨਵਰੀ 2020 ਤੋਂ ਬਾਅਦ ਕੈਨੇਡਾ ਦੇ ਵਿੱਚੋਂ ਸਟੇ ਐਕਸਪਾਇਰ ਹੋ ਰਹੀ ਹੈਗੀ ਹੈ, ਉਹ 31 ਦਸੰਬਰ 2020 ਤੱਕ ਆਪਣੀ ਅਰਜ਼ੀ ਕਰ ਸਕਦੇ ਨੇ। ਉਹਨਾਂ ਤੇ 90 ਡੇ ਰੂਲ ਹੈ ਜਿਹੜਾ ਲਾਗੂ ਨਹੀਂ ਹੁੰਦਾ। ਸੋ ਕਿਸੇ ਦਾ ਵੀ ਜਿਹਦਾ 30 ਜਨਵਰੀ 2020 ਤੋਂ ਬਾਅਦ ਐਕਸਪਾਇਰ ਹੋ ਰਹੀ ਹੈ ਸਟੇ, ਉਹਨਾਂ ਕੋਲੇ ਹੁਣ 31 ਦਸੰਬਰ 2020 ਤੱਕ ਦਾ ਟਾਈਮ ਹੈਗਾ, ਉਹ ਆਪਣੇ ਨੂੰ ਰਿਸਟੋਰ ਕਰ ਲੈਣ ਜੀ। ਉਹ ਹਾਲੇ ਬਹੁਤ ਵਕਤ ਉਹਨਾਂ ਕੋਲੇ ਹੈਗਾ। ਸਰ ਜਿਵੇਂ ਕੁਝ ਕੰਟਰੀਜ਼ ਨੇ 에ਅਰ ਬਬਲ ਦੀ ਗੱਲ ਕੀਤੀ ਹੈ, ਕਿ ਕੈਨੇਡਾ ਨੇ ਯੂਰਪ ਨਾਲ ਕੁਝ ਐਵੇਂ ਦਾ ਸਿਸਟਮ ਹੋਇਆ? ਕਿਉਂਕਿ ਇੱਕ ਇਟਲੀ ਤੋਂ ਸਾਡੇ ਦਰਸ਼ਕ ਪੁੱਛ ਰਹੇ ਨੇ ਕਿ ਕੀ ਉਹ ਕੈਨੇਡਾ ਆ ਸਕਦੇ ਨੇ ਇਟਲੀ ਤੋਂ? ਹਾਂਜੀ, ਨਾਨ ਡਿਸਕ੍ਰਿਸ਼ਨਰੀ ਟਰੈਵਲ ਲਈ ਨਹੀਂ ਆ ਸਕਦੇ। ਹਾਂਜੀ, ਜੋ ਉਹਨਾਂ ਫੈਮਿਲੀ ਮੈਂਬਰ ਕੈਨੇਡਾ 'ਚ ਹੈਗਾ ਜਾਂ ਵਰਕਰ ਨੇ ਫਿਰ ਆ ਸਕਦੇ ਨੇ। ਤੇ ਦੂਜਾ ਜਿਹੜਾ ਬਬਲ ਵਾਲੀ ਗੱਲ ਹੈ, ਇਹ ਮੈਨੂੰ ਹਾਲੇ ਵੀ ਯਾਦ ਹੈ 22 ਜੂਨ ਨੂੰ ਇਹਦੇ ਉੱਤੇ ਬਹੁਤ ਵਿਚਾਰ ਹੈ ਜਿਹੜੀ ਕੀਤੀ ਗਈ ਸੀ, ਪਰ ਉਸ ਦਿਨ ਪ੍ਰਾਈਮ ਮਿਨਿਸਟਰ ਟਰੂਡੋ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਇਹ ਜੀ ਯੂਰਪ ਨਾਲ ਜਿਹਦੀ ਸਾਂਝ ਹੈ ਉਹ ਨਹੀਂ ਪਾਉਣਗੇ, ਕਿਉਂਕਿ ਯੂਰਪੀਅਨ ਕੰਟਰੀਜ਼ ਨੇ ਆਪਸ ਇੰਟਰਨਲੀ ਕ੍ਰੀਏਟ ਕਰ ਲਿਆ ਸੀ। ਕੈਨੇਡਾ ਨੂੰ ਵੀ ਇਨਵਾਈਟ ਕੀਤਾ ਸੀ ਤੇ ਕੈਨੇਡਾ ਨੇ ਉਹ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀਗਾ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ, ਕਿਉਂਕਿ ਐਤਕੀ ਮਾਈਨੋਰਿਟੀ ਸਰਕਾਰ ਹੈ ਜੀ, ਤੇ ਉਹ ਇੱਕ ਨੂੰ ਨਾਰਾਜ਼ ਨਹੀਂ ਕਰਨ, ਬਿਲਕੁਲ ਰਿਸਕ ਨਹੀਂ ਲੈਣਗੇ ਜੀ। ਜੀ ਬਿਲਕੁਲ। ਤੇ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕਾਂ ਨੂੰ ਕੁਝ ਕਹਿਣਾ ਚਾਹਾਂਗੇ? ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਜੀ ਕਿ ਇਮੀਗ੍ਰੇਸ਼ਨ ਹੈ ਜਿਹੜੀ ਉਹ ਸਰਵਿਸ ਨਹੀਂ ਹੈਗੀ, ਇਮੀਗ੍ਰੇਸ਼ਨ ਲਾਅ ਹੈਗਾ। ਜਦੋਂ ਵੀ ਤੁਸੀਂ ਕੋਈ ਇਮੀਗ੍ਰੇਸ਼ਨ ਮਾਮਲੇ 'ਚ ਗੱਲ ਕਰਨੀ ਹੈ ਤੇ ਕੰਪੀਟੈਂਟ ਕਾਉਂਸਲ ਤੋਂ ਜ਼ਰੂਰ ਸਲਾਹ ਲਓ ਜੀ, ਕਿਉਂਕਿ ਹੁਣ ਦੇ ਸਮੇਂ 'ਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਜਿੱਥੇ ਐਵਰੀਡੇ ਕੁਛ ਨਾ ਕੁਛ ਬਦਲਦਾ ਜਿਹੜਾ ਰਹਿੰਦਾ ਜੀ। ਤੋ ਆਪਣੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਸਰ, ਸ਼ੁਕਰੀਆ ਬਹੁਤ ਬਹੁਤ ਸਰ, ਤੁਹਾਡਾ ਪ੍ਰੋਗਰਾਮ 'ਚ ਹਮੇਸ਼ਾ ਸਾਨੂੰ ਜਾਣਕਾਰੀ ਦਿੰਦੇ ਹੋ ਤੇ ਲੇਟੈਸਟ ਇਨਫੋਰਮੇਸ਼ਨ ਦਿੰਦੇ ਹੋ। ਥੈਂਕ ਯੂ ਸੋ ਮਚ। ਤੋ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਕਿ ਜਦੋਂ ਵੀ ਕੁਝ ਅਪਲਾਈ ਕਰਨਾ ਜਾਂ ਤੁਸੀਂ ਆਪਣੇ ਪ੍ਰੋਸੈਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਚਾਹੁੰਦੇ ਹੋ, ਅਜਿਹੇ ਵਕਤ ਵਿੱਚ ਖਾਸ ਤੌਰ ਤੇ ਜਦੋਂ ਪਲ ਤੇ ਨਵੀਂ ਜਾਣਕਾਰੀ ਆ ਰਹੀ ਹੈ, तो बहुत जरूरी है कि भरोसेमंद कंसल्टेंट नाल कंसल्ट करना। सो तुसी मिस्टर खैरा नूं कॉल करना चाहुंदे हो, उन्हां दे नाम दे नीचे नंबर लिखिया, सारे ऑफिसर्स से नंबर नाल डिस्प्ले हो रहे हैं। प्रोग्राम खत्म होने तो बाद इन्हां नंबर्स ते तुसी कॉल कर सकते हो। फिलहाल प्रोग्राम देखने लई तुहाडा बहुत बहुत धन्नवाद। देखते रहो हमदर्द टीवी। सत श्री अकाल।